बहुत ही वड्डा हादसा। अगेन कुड़ियां जो जमदियां ने तो लोग बहुत ताने मारते ने, खास करके भारत दे विच। परंतु ये मां ने पंजों कुड़ियां दे नाल खूह च छाल मारी। ਤੁਸੀਂ सुन रहे हो चावला न्यूज नेटवर्क टोरंटो CNN टोरंटो। जॉल साहब अ वेरी गुड मॉर्निंग जी, सत श्री अकाल। सत श्री अकाल जी अर्श, बहुत मेहरबानी। अपने सारे श्रोता दर्शकों ਨੂੰ ਵੀ ਗੁੱਡ ਮਾਰਨਿੰਗ। जॉल साहब आओ फिर शुरुआत करिए अज ਦੀਆਂ खबरों ਦੇ ਨਾਲ। ਪਹਿਲਾਂ ਤਾਂ ਆਪਾਂ ਭਾਰਤ ਚਲੀਏ ਜਿੱਥੇ ਇੱਕ ਬਹੁਤ ਹੀ ਵੱਡਾ ਹਾਦਸਾ ਹੋਇਆ, ਜਿਸ ਦੇ ਵਿੱਚ ਇੱਕ ਮਾਂ ਨੇ ਆਪਣੇ ਪੰਜੋਂ ਹੀ ਕੁੜੀਆਂ ਪਤਾ ਨਹੀਂ ਕੁਛ ਫੇਸ ਕਰ ਰਹੇ ਹੋਣੇ, ਡਿਸਕ੍ਰਿਮੀਨੇਸ਼ਨ ਜਾਂ ਅਗੇਨ ਕੁੜੀਆਂ ਜਦੋਂ ਜੰਮਦੀਆਂ ਨੇ ਤਾਂ ਲੋਕ ਬਹੁਤ ਤਾਨੇ ਮਾਰਦੇ ਨੇ, ਖਾਸ ਕਰਕੇ ਭਾਰਤ ਦੇ ਵਿੱਚ। ਪਰੰਤੂ ਇਹ ਮਾਂ ਨੇ ਪੰਜੋਂ ਕੁੜੀਆਂ ਦੇ ਨਾਲ ਖੂਹ 'ਚ ਛਾਲ ਮਾਰਤੀ। ਅਰਸ਼, ਲੋਕ ਤੇ ਚਲੋ ਤਾਨੇ ਮਾਰਦੇ ਆ, ਪਰ ਪ੍ਰੋਬਲਮ ਉਦੋਂ ਆ ਜਦੋਂ ਕੋਈ ਘਰ ਦੇ ਹੀ ਲੋਕ ਤਾਨੇ ਮਾਰਦੇ ਆ। ਔਰ ਤਾਨੇ ਵੀ ਮੇਨਲੀ ਜਾਣੀ ਕਿ ਫੀਮੇਲ ਮਦਰ ਆ ਜਿਹੜੀ ਜਾਂ ਡਾਟਰ ਚ ਆ ਵੀ ਉਹਨਾਂ ਨੂੰ ਹੀ ਵੱਜਣੇ ਆ। ਆਪਾਂ ਸਦਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਰਹਿੰਦੇ ਹਾਂ ਕਿ ਭਾਰਤੀ ਭਾਈਚਾਰਿਆਂ ਦੇ ਵਿੱਚ ਕੁੜੀ ਤੇ ਮੁੰਡੇ ਦਾ ਫਰਕ ਲਗਾਤਾਰਤਾ ਨਾਲ ਸਦੀਆਂ ਤੋਂ ਜਾਰੀ ਆ ਤੇ ਅੱਜ 2021 ਤੱਕ ਵੀ ਏਦਾਂ ਹੀ ਆ। ਥੋੜੇ ਬਹੁਤੇ ਫਰਕ ਦੇ ਨਾਲ ਆ ਨਾ ਵੀ ਇਹ ਭਾਰਤੀ ਭਾਈਚਾਰਿਆਂ ਦਾ ਮਤਲਬ ਇਹੀ ਨਹੀਂ ਵੀ ਜਿਹੜੇ ਭਾਰਤ ਵਿੱਚ ਰਹਿ ਗਏ ਆ, ਦੁਨੀਆ 'ਚ ਕਿਤੇ ਵੀ ਗਏ ਆ ਤੇ ਇਹ ਗੰਦਗੀ ਨਾਲ ਹੀ ਇੰਪੋਰਟ ਕੀਤੀ ਆਪਣੇ ਸੁਪਨਿਆਂ ਦੇ ਦੇਸ਼ 'ਚ, ਇਨਕਲੂਡਿੰਗ ਬਰੈਂਪਟਨ ਹੈਗੀ ਆ। ਇਹ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਪੁੱਛ ਲਓ ਵੀ ਘਰਾਂ 'ਚ ਤੁਹਾਡੇ ਨਾਲ ਮੁੰਡਿਆਂ ਦੇ ਮੁਕਾਬਲੇ ਕਿੱਦਾਂ ਦਾ ਵਿਵਹਾਰ ਪੇਰੈਂਟਸ ਕਰਦੇ ਆ, ਦੱਸ ਦੇਣਗੀਆਂ। ਕਿੰਨੀ ਵਾਰੀ ਜ਼ਿਕਰ ਕੀਤਾ ਇੱਥੇ ਆਪਾਂ। ਸੋ ਇਸ ਕਰਕੇ ਵੀ ਕੁੜੀ ਤੇ ਮੁੰਡੇ ਦਾ ਫਰਕ ਆ ਨਾ ਜਿਹੜਾ, ਇਹ ਸਦੀਆਂ ਤੋਂ ਚੱਲ ਰਿਹਾ, ਜਿਹੜਾ ਪੀੜ੍ਹੀ ਨਾਲ ਪੀੜ੍ਹੀ ਦਿਮਾਗਾਂ ਦੇ ਵਿੱਚ ਗਾਂਹ ਤੋਂ ਗਾਂਹ ਟਰਾਂਸਫਰ ਹੋਈ ਜਾਂਦਾ। ਔਰ ਇਹ ਗੱਲ ਉਭਾਰਦਿਆਂ ਹਰ ਵਾਰ ਮਹਿਸੂਸ ਵੀ ਇਹ ਹੁੰਦਾ ਵੀ ਇਹਦੇ ਵਾਸਤੇ ਮੇਲ ਡੋਮੀਨੈਂਟ ਸਮਾਜ ਦੇ ਵਿੱਚ ਚਲੋ ਬੰਦੇ ਤਾਂ ਜ਼ਿੰਮੇਵਾਰ ਹੋਣਗੇ ਹੀ ਵੀ ਇਹ ਦੱਬ ਕੇ ਰਹਿਣ, ਇਹਨਾਂ ਨੂੰ ਕੁਛ ਪਤਾ ਹੀ ਨਾ ਲੱਗੇ ਤੇ ਮੁੰਡਿਆਂ ਨੇ ਭਰਾਵਾਂ ਨਹੀਂ ਤੁਹਾਡੀ ਰਾਖੀ ਕਰਨੀ, ਕੁੜੀਆਂ ਦੀ ਆਪ ਨਹੀਂ ਉਹ ਆਪਣੀ ਰਾਖੀ ਕਰ ਸਕਦੀਆਂ ਜੀ। ਕੈਨੇਡਾ ਵਰਗੇ ਦੇਸ਼ 'ਚ ਵੀ ਆ ਕੇ ਇਹੀ ਪੱਟੀ ਪੜ੍ਹਾਈ ਜਾਂਦੀ ਆ ਸਕੂਲਾਂ 'ਚ। ਇੱਥੇ ਬੱਚਿਆਂ ਨੂੰ ਪੁੱਛ ਕੇ ਦੇਖ ਲਓ, ਭਰਾਵਾਂ ਨੇ ਕੁੜੀਆਂ ਭੈਣਾਂ ਦਾ ਖਿਆਲ ਰੱਖਣਾ ਹਨਾ। ਆਏ ਕਿਹੜੇ ਸਮਾਜ ਵਿੱਚ ਆ ਜਿੱਥੇ ਕੁੜੀਆਂ ਸਮਰੱਥ ਆ ਆਪਣਾ ਖਿਆਲ ਆਪ ਰੱਖਣ ਦੇ। ਅਸੀਂ ਲੇਕਿਨ ਕਿ ਉਹ ਚੀਜ਼ਾਂ ਇੱਥੇ ਲਿਆ ਕੇ ਵੀ ਘੋਲ ਰਹੇ ਆ ਇਸ ਸਮਾਜ ਦੇ ਵਿੱਚ। ਮੁੰਡੇ ਤੇ ਕੁੜੀ ਦਾ ਫਰਕ ਕਹਿਣ ਦਾ ਮਤਲਬ ਵੀ ਉੱਥੇ ਤਾਂ ਹੈਗਾ ਹੀ ਆ, ਇੱਥੇ ਆ ਕੇ ਅਸੀਂ ਉਹਨਾਂ 'ਚ ਤਾਂ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ, ਆਪਣੇ ਨਹੀਂ ਕੱਢੇ ਜਿਹੜੇ ਕਿ ਆਹ ਘਰਾਂ ਦੇ ਵਿੱਚ ਜੀ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੇ ਨਾਲ ਫਰਕ ਕਰਨ ਵਾਲੀ ਗੱਲ ਆ। ਡਿਸਕ੍ਰਿਮੀਨੇਸ਼ਨ ਆ, ਬਾਹਰਲਾ ਡਿਸਕ੍ਰਿਮੀਨੇਸ਼ਨ ਦਿਸਦਾ, ਅੰਦਰਲਾ ਨਹੀਂ ਦਿਸਦਾ। ਇਹ ਡਿਸਕ੍ਰਿਮੀਨੇਸ਼ਨ ਰਾਜਸਥਾਨ ਦੇ ਵਿੱਚ ਉਸ ਮਾਂ ਦੇ ਕੋਲੋਂ ਨਹੀਂ ਜਰਿਆ ਗਿਆ ਜਿਹਨੇ ਧੀਆਂ 7 ਆ ਵੈਸੇ ਹਨਾ, 7 ਕੁੜੀਆਂ ਆ ਔਰ ਘਰ ਦੇ ਵਿੱਚ ਵੈਸੇ 7 ਮੁੰਡੇ ਹੋਣ ਤੇ ਫਿਰ ਤੇ ਮੁੱਛਾਂ ਨੂੰ ਤਾਂ ਆਇਆ ਨਾ, ਫਿਰ ਤੇ ਝਗੜਾ ਕੋਈ ਵੀ ਨਹੀਂ। ਘਰ ਦੇ ਵਿੱਚ ਤਾਨੇ ਮਿਹਣੇ ਲੜਾਈ ਕਦੋਂ ਆ? ਜਦੋਂ ਕੁੜੀਆਂ ਆ। ਜਦੋਂ ਮੁੰਡੇ ਜੰਮੀ ਜਾਣ ਤੇ ਹੈ ਕੋਈ ਤਾਨਾ ਮਿਹਣਾ, ਫਿਰ ਤੇ ਸ਼ਾਬਾਸ਼ ਆ, ਫਿਰ ਤੇ ਅਰਦਾਸਾਂ ਆ, ਫਿਰ ਤੇ ਖੁਸ਼ੀਆਂ ਆ, ਫਿਰ ਤੇ ਮਠਿਆਈਆਂ ਦੇ ਡੱਬੇ ਆ, ਪਾਰਟੀਆਂ ਆ। ਇੱਕ ਕੁੜੀ ਜੰਮ ਪਵੇ, 2 ਜੰਮ ਪਵੇ ਤੇ ਬਾਅਦ ਚ ਅਰਦਾਸਾਂ ਸ਼ੁਰੂ ਆ ਵੀ ਹੁਣ ਕੀ ਰੱਬ ਸੁਣ ਲਵੇ ਸ਼ਾਇਦ। ਸੋ ਇਸ ਕਰਕੇ ਇਹ ਡਿਸਕ੍ਰਿਮੀਨੇਸ਼ਨ ਇਨਬਿਲਟ ਆ ਸਾਡੇ ਦਿਮਾਗਾਂ ਦੇ ਵਿੱਚ, ਜਿਹੜਾ ਕਿ ਅਸੀਂ ਸਾਰੀ ਧਰਤੀ ਭਾਵੇਂ ਗਾ ਲਈ ਆ ਪਰ ਨਾਲ ਲੈ ਕੇ ਜਾ ਰਹੇ ਹਾਂ ਉੱਥੋਂ ਨਿਕਲ ਕੇ। ਉਹ ਜੀ ਵੀ ਘਰ ਦੇ ਵਿੱਚ ਰਹਿੰਦੀ ਸੀ ਲੜਾਈ, 7 ਕੁੜੀਆਂ। ਉਹ ਫਿਰ ਆਖਿਰ ਜਦੋਂ ਸਿਚੁਏਸ਼ਨ ਇਹੋ ਜਿਹੀ ਬਣੀ ਦੀ, ਤੁਹਾਨੂੰ ਪਤਾ ਵੀ ਇੱਕ ਜਰਨ ਦੀ ਸਮਰੱਥਾ ਹੁੰਦੀ ਆ ਨਾ, ਇਹ ਜਿਹੜਾ ਡੋਮੈਸਟਿਕ ਵਾਇਲੈਂਸ ਆ। ਡੋਮੈਸਟਿਕ ਵਾਇਲੈਂਸ ਬਰੈਂਪਟਨ ਦੇ ਵਿੱਚ ਕਿਹੜੇ ਘਰਾਂ ਦੇ ਵਿੱਚ ਜ਼ਿਆਦਾ ਆ? ਤੁਹਾਨੂੰ 911 ਵਾਲੇ ਦੱਸ ਦੇਣਗੇ, ਵਾਲੇ ਦੱਸ ਦੇਣਗੇ ਕਿਹੜੇ ਘਰਾਂ ਵਿੱਚ ਜ਼ਿਆਦਾ ਆ, ਕਿਉਂ ਆ, ਉਹ ਵੀ ਦੱਸ ਦੇਣਗੇ। ਸੋ ਇਸ ਕਰਕੇ ਉਹਨੇ 5 ਕੁੜੀਆਂ ਨੂੰ ਲੈ ਕੇ ਪਿੰਡ ਦੇ ਖੂਹ 'ਚ ਛਾਲ ਮਾਰੀ ਆ। ਰਾਜਸਥਾਨ ਦੇ ਵਿੱਚ ਨਾ ਕੋਟਾ ਬਹੁਤ ਵਧੀਆ, ਮਤਲਬ ਪੂਰੀ ਡਿਸਟ੍ਰਿਕਟ ਆ, ਵੱਡਾ ਜ਼ਿਲ੍ਹਾ ਆ। ਨਿੱਕੇ ਨਿੱਕੇ ਪਿੰਡ ਉਸ ਜ਼ਿਲ੍ਹੇ 'ਚ ਬੜੇ ਆ, ਜਾ ਕੇ ਬੜਾ ਉੱਥੇ ਆਨੰਦ ਆਉਂਦਾ, ਬੜਾ ਸੁੰਦਰ ਏਰੀਆ। ਪਰ ਹੁਣ ਉਹ ਛੋਟੇ ਛੋਟੇ ਨਿੱਕੇ ਨਿੱਕੇ ਪਿੰਡ ਜਾਣੀ, ਉੱਥੇ ਉਹਨੇ
ਪਿੰਡ ਦੇ ਉਹ ਹਜੇ ਵੀ ਉੱਥੇ ਜਾਣੀ ਰਿਵਾਜ ਖੂਹ ਦੇ ਵਿੱਚ ਪਾਣੀ ਭਰਨ ਦਾ ਯਾਰ। ਹਾਂਜੀ 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 ਹਾਂਜੀ। ਤੇ ਪੰਜਾਬ ਦੇ ਵਿੱਚ ਪਹਿਲਾਂ ਹੁੰਦਾ ਸੀਗਾ, ਤੁਹਾਡੇ ਡੈਡ ਨੂੰ ਵੀ ਪਤਾ ਹੋਣਾ ਪੁਰਾਣਾ, ਵੀ ਖੂਹੀਆਂ ਹੁੰਦੀਆਂ ਸੀਗੀਆਂ ਪਾਣੀ ਕੱਢਣ ਨੂੰ, ਫਿਰ ਨਲਕੇ ਆ ਗਏ, ਹੁਣ ਤਾਂ ਮੋਟਰਾਂ ਹੀ ਆ ਗਈਆਂ ਨਾ। ਨਲਕੇ। ਅੱਛਾ, ਉਹ ਅਜੇ ਵੀ ਖੂਹੀਆਂ ਚੋਂ ਪਾਣੀ ਭਰਨ ਦਾ, ਤੇ ਉਹ ਖੂਹੀ ਪਾਣੀ ਵਾਲੀ ਚ ਉਹਨਾਂ ਨੇ 6 ਨੇ ਛਾਲ ਮਾਰੀ। ਚਲੋ ਬੱਚਿਆਂ ਨੂੰ ਨਾਲ ਲੈ ਕੇ ਉਹਨੇ ਮਾਂ ਨੇ, ਤੇ 6 ਜਿਹੜੀਆਂ ਲਾਸ਼ਾਂ ਉੱਥੋਂ ਮਿਲ ਗਈਆਂ। ਬਾਈ ਚਾਂਸ ਲੱਕੀਲੀ ਜਾਣੀ 2 ਕੁੜੀਆਂ ਰਹਿ ਗਈਆਂ ਜਿਹੜੀਆਂ ਕਿ ਸੁੱਤੀਆਂ ਸੀ ਉਸ ਵੇਲੇ, ਜਾਂ ਜੋ ਵੀ ਉਹਨੇ ਮਨ ਵਿੱਚ ਉਸ ਵੇਲੇ ਮਰਨ ਵਾਲੀ ਮਾਂ ਦੇ ਵਿੱਚ ਆਇਆ ਵੀ ਉਹ 5 ਨੂੰ ਲੈ ਗਈ ਤੇ 2 ਨੂੰ ਛੱਡ ਗਈ। ਤੇ ਉਹ ਹਸਬੈਂਡ ਉਸ ਵੇਲੇ ਗਿਆ ਸੀਗਾ ਕਿਸੇ ਰਿਸ਼ਤੇਦਾਰਾਂ ਦੇ ਨਾਲਲੇ ਪਿੰਡ, ਅਫਸੋਸ ਕਰਨ ਉੱਥੇ ਡੈਥ ਹੋ ਗਈ ਸੀ, ਤੇ ਮਗਰੋਂ ਮਤਲਬ 6 ਲਾਸ਼ਾਂ ਘਰ ਦੇ ਵਿੱਚ ਵਿਛ ਗਈਆਂ। ਸੋ ਇਸ ਕਰਕੇ ਇਹ ਹੈ ਜੀ ਵੀ ਕਦੇ ਤੁਸੀਂ ਸੁਣਿਆ ਵੀ ਕਿਸੇ ਮਾਂ ਨੇ ਆਪਣੇ 5 ਮੁੰਡੇ ਲੈ ਕੇ ਖੂਹ 'ਚ ਛਾਲ ਮਾਰਤੀ, ਹਨਾ? ਏਦਾਂ ਕਦੀ ਹੋਇਆ? ਨਹੀਂ। ਸੋ ਤਦ ਕਰਕੇ ਆ ਵੀ ਇਹ ਜਿਹੜਾ ਮੁੰਡੇ ਤੇ ਕੁੜੀ ਦਾ ਫਰਕ ਕਰਕੇ ਅਸੀਂ ਘਰ ਦੇ ਵਿੱਚ ਜਾਣੀ ਆਪਣੇ ਉਹ ਜਨਮਦਾਤੀ ਔਰਤ ਦੀ ਜਖਣਾ ਪੱਟੀ ਤੁਰੀ ਜਾ ਰਹੇ ਹਾਂ, ਹਨਾ? ਹਨਾ? 5-7 ਕੁੜੀਆਂ ਹੋ ਜਾਣ ਤੇ ਫਿਰ ਹੋਰ ਵਿਆਹ ਦੀਆਂ ਗੱਲਾਂ ਨਹੀਂ ਚੱਲ ਪੈਣੀਆਂ। ਸੋ ਕਹਿਣ ਦਾ ਮਤਲਬ ਇਹ ਆ ਵੀ ਥੋੜਾ ਜਿਹਾ ਇਹ ਖਬਰ ਤਾਂ ਖਬਰ ਹੈ, ਪਰ ਥੋੜਾ ਜਿਹਾ ਅਸੀਂ ਸਬਕ ਵੀ ਲਈਏ, ਅਕਲ ਨੂੰ ਹੱਥ ਮਾਰੀਏ। ਬਹੁਤ ਸੁਧਾਰ ਹੋ ਰਹੇ ਹੋਣਗੇ, ਪਰ ਅਜੇ ਬਹੁਤ ਕੁਝ ਕਰਨਾ ਬਾਕੀ ਆ। ਬਰੈਂਪਟਨ ਤੋਂ ਤੇ ਸਰੀ ਤੋਂ ਹੀ ਇਹਦੀ ਸ਼ੁਰੂਆਤ ਕਰ ਲਓ। ਚਲੋ ਉੱਥੇ ਪਿੱਛੇ ਤਾਂ ਜੋ ਕਰ ਲਿਆ, ਕੂੜ ਕਬਾੜੇ ਖਿਲਾਰ ਕੇ, ਹੁਣ ਆ ਗਿਆ ਟੈਚੀ ਚੁੱਕ ਕੇ ਇੱਥੇ ਤੇ ਕੁਝ ਚੰਗਾ ਬੈਟਰ ਕਰ ਲਈਏ। ਜਿਹੜੇ ਕਰ ਰਹੇ ਉਹਨਾਂ ਦਾ ਧੰਨਵਾਦ, ਪਰ ਜਿਹੜੇ ਅੱਜ ਵੀ ਇਸ ਜਿਲਣ ਵਿੱਚ ਫਸੇ ਹੋਏ ਨੇ, ਤਾਨੇ ਮੇਣੇ ਘਰਾਂ ਦੇ ਵਿੱਚ ਕੁੜੀਆਂ ਜੰਮੀ ਜਾਣ ਕਰਕੇ ਮਤਲਬ ਚੱਲ ਰਹੇ ਆ ਬਰੈਂਪਟਨ ਦੇ ਵਿੱਚ, ਉਹਨਾਂ ਨੂੰ ਅਸੀਂ ਲਾਨਤ ਭੇਜਦੇ ਹਾਂ। ਬਿਲਕੁਲ ਜੀ। ਔਰ ਲੋਹੜੀ ਵੀ ਆ ਰਹੀ ਹੈ ਇੱਥੇ। ਮੈਨੂੰ ਲੱਗਦਾ 10 ਸਾਲ ਪਹਿਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਪਿੰਕ ਲੱਡੂਆਂ ਦਾ, ਜਦੋਂ ਪਹਿਲੀ ਵਾਰ ਇੱਥੇ ਜਦੋਂ ਮਨਾ ਰਹੇ ਸੀ ਕੁੜੀਆਂ ਦੀ ਲੋਹੜੀ। ਉਹਨਾਂ ਦੀ ਪ੍ਰਬੰਧਕ ਆਈ ਬਲੀਵ ਨੀਰੂ ਗਿੱਲ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਸੀ ਕਾਫੀ ਟਾਈਮ ਪਹਿਲੋਂ। ਬਹੁਤ ਚੰਗਾ ਉਪਰਾਲਾ ਕੁੜੀਆਂ ਨੇ ਕੀਤਾ ਸੀ, ਅਤੇ ਹਾਲੇ ਵੀ ਜਾਰੀ ਹੈ ਜੀ। ਪਰੰਤੂ ਜੋ ਸਾਡੇ ਸਮਾਜ ਦੇ ਵਿੱਚ ਇਹ ਹੋ ਰਿਹਾ ਆ, ਹਾਲੇ ਵੀ ਹੋ ਰਿਹਾ ਜੀ, ਕੋਈ ਦੋ ਰਾਵਾਂ ਨਹੀਂ ਹੈ। ਜਦੋਂ ਵੀ ਕੁੜੀ ਜੰਮਦੀ ਤਾਂ ਪਹਿਲੋਂ ਮੂੰਹ ਵਿੰਗੇ ਟੀਡੇ ਬਣ ਜਾਂਦੇ ਨੇ, ਮੁੰਡਾ ਜੰਮਦਾ ਹੈ ਤਾਂ ਫਿਰ ਲੱਡੂ ਵੰਡਦੇ ਨੇ। ਆਈ ਹੈਵ ਨੋ ਆਈਡੀਆ ਵਾਈ ਦਿਸ ਡਿਸਕ੍ਰਿਮੀਨੇਸ਼ਨ ਇਜ਼ ਦੇਅਰ। ਅੱਜ ਕੱਲ੍ਹ ਕੁੜੀਆਂ ਬਰਾਬਰ ਟੱਕਰ ਦੇ ਰਹੀਆਂ ਜੀ ਮੁੰਡਿਆਂ ਨੂੰ। ਬਿਲਕੁਲ, ਔਰ ਅੱਗੇ ਨੇ ਕਿਸੇ ਗੱਲੋਂ। ਓ ਯੈਸ, ਓ ਯੈਸ। ਉਹ ਪਿੱਛੇ ਇਸ ਕਰਕੇ ਆ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਤਾੜ ਕੇ ਵੀ ਸਮਰੱਥ ਬਣਨੇ ਹੀ ਨਹੀਂ ਦੇਣਾ ਜਦੋਂ, ਹਨਾ? ਉਹਨਾਂ ਦਾ ਦਿਮਾਗ ਹੀ ਨਹੀਂ ਡਿਵੈਲਪ ਹੋਣ ਦੇਣਾ। ਏਦਾਂ ਜਾਣੀ ਕਿ ਉਹਨਾਂ ਦੇ ਦਕੀਆਂ ਨੂੰ ਅਸੀਂ ਦਿਮਾਗ ਬਣਾਈ ਜਾਣੇ ਆ ਵੀ ਅਸੀਂ ਤੇ ਕਾਸੇ ਜੋਗੀਆਂ ਹੀ ਨਹੀਂ। ਬਿਲਕੁਲ, ਅਸੀਂ ਤਾਂ ਬਸ ਜੰਮ ਪਈਆਂ, ਆ ਪੜਾਤੀਆਂ ਵੱਧ ਤੋਂ ਵੱਧ, ਤੇ ਵਿਆਹਤੀਆਂ ਜੀ, ਚਲੋ ਕੰਮ ਮੁੱਕ ਗਿਆ, ਆਪਣੇ ਘਰੇ ਚਲ ਗਈਆਂ ਜੀ। ਅੱਛਾ, ਮੁੰਡਾ ਵਿਆਹ ਹੋ ਕੇ ਆਪਣੇ ਘਰੇ ਰਹੂਗਾ, ਤੇ ਕੁੜੀ ਨੇ ਵਿਆਹ ਹੋ ਕੇ ਕਿਸੇ ਦੇ ਹੋਰ ਘਰੇ ਜਾਣਾ। ਤੇ ਬੰਦਾ ਪੁੱਛੇ ਵੀ ਕੁੜੀ ਵਿਆਹ ਕੇ ਆਪਣੇ ਘਰੇ ਨਹੀਂ ਰਹਿ ਸਕਦੀ। ਇਹ ਗੱਲ ਬਣਾਈ ਹੋਈ ਹੈ ਤਾਂ ਕਿ ਕੁੜੀ ਸਭ ਕੁਝ ਛੱਡ ਕੇ ਉਹਨੂੰ ਕੱਢਣ ਦੇ ਰਾਹ ਬਣਾਏ ਸੀਗੇ ਪਿਛਲੀਆਂ ਸਦੀਆਂ ਦੇ ਵਿੱਚ, ਵੀ ਆਨੇ ਬਹਾਨੇ ਚੂੜਾ ਪਾ ਕੇ, ਨਵੇਂ ਸੂਟ ਪਾ ਕੇ ਉਹ ਨਿਕਲ ਜਾਵੇ। ਮਤਲਬ ਵਿਆਹ ਉਹਦਾ ਨਾਂ ਰੱਖਿਆ ਸੀ ਕਈ ਵਾਰੀ ਕੱਢਣਾ। ਏਦਾਂ ਅੱਜ ਵਾਪਰ ਰਿਹਾ ਸਮਾਜ ਦੇ ਵਿੱਚ, ਸਾਡੇ ਕੋਲ ਐਗਜ਼ਾਮਪਲਸ ਹੈਗੀਆਂ ਜੀ, ਵੀ ਜ਼ਮੀਨ ਜਾਇਦਾਦ ਮੁੰਡਿਆਂ ਦੇ ਨਾਂ ਕਰਾਉਣ ਲਈ ਕੁੜੀ ਦਾ ਫਟਾਫਟ ਵਿਆਹ ਕਰਾ ਦਿਓ। ਕਹਿਣ ਦਾ ਮਤਲਬ ਇਹ ਆ ਵੀ ਕੀ ਇਹਨਾਂ ਚੀਜ਼ਾਂ ਦੀ ਅੱਜ ਇੱਥੇ ਕੈਨੇਡਾ ਵਰਗੀ ਧਰਤੀ ਤੇ ਸਾਨੂੰ ਲੋੜ ਹੈਗੀ ਆ? ਪਿਛਲੀ ਤਾਂ ਛੱਡ ਦਿਓ, ਉੱਥੇ ਜੋ ਕਰ ਲਿਆ। ਉਹ ਮੈਂ ਕਹਿੰਦਾ ਬਰੈਂਪਟਨ 'ਚ ਕੁੜੀਆਂ ਸਾਨੂੰ ਦੱਸਦੀਆਂ ਸਾਡੇ ਪਿਓ ਨੇ ਜ਼ਮੀਨ ਜਾਇਦਾਦ ਦਾ ਫਾਰਮ ਵੇਚਿਆ ਤੇ ਸਾਨੂੰ ਵਿੱਚੋਂ ਕੱਖ ਵੀ ਨਹੀਂ ਦਿੱਤਾ, ਮੁੰਡਿਆਂ ਦੇ ਨਾਂ ਹੀ ਕਰਤਾ ਸਭ ਕੁਛ ਬਰੈਂਪਟਨ 'ਚ। ਅਸੀਂ ਗੱਲ ਕੈਨੇਡਾ ਦੀ ਕਰਦੇ ਹਾਂ, ਅਸੀਂ ਗੱਲ ਆਪਣੇ ਸਾਇੰਸਦਾਨ ਹੋਣ ਦੀ ਕਰਦੇ ਹਾਂ, ਵੀ ਅਸੀਂ ਬਹੁਤ ਅਗਾਂਹ ਵਧੂ ਕੌਮ ਆ, ਇਸ ਚੀਜ਼ ਤੇ ਸਾਨੂੰ ਕੰਮ ਕਰਨ ਦੀ ਲੋੜ ਆ। ਅਸੀਂ ਬਰੈਂਪਟਨ 'ਚ ਕੀ ਕਰ ਰਹੇ ਆ ਭਾਈ? ਉੱਥੇ ਤਾਂ ਜੋ ਕਰ ਰਹੇ, ਪਰ ਇੱਥੇ ਵੀ ਉਹ ਚੱਜ ਨਾਲ ਹੀ ਲਿਆਂਦੇ ਡਿਸਕ੍ਰਿਮੀਨੇਸ਼ਨ ਦੇ। ਬਿਲਕੁਲ ਬਿਲਕੁਲ ਜੀ, ਬਿਲਕੁਲ। ਬਾਹਰਲੇ ਡਿਸਕ੍ਰਿਮੀਨੇਸ਼ਨ ਦਾ ਰੌਲਾ ਤੇ ਆਪਣੇ ਘਰ ਦੇ ਡਿਸਕ੍ਰਿਮੀਨੇਸ਼ਨ ਦਾ ਪਤਾ ਹੀ ਨਹੀਂ। ਹੁਣ ਹਾਸੇ ਵਾਲੀ ਇਹ ਵੀ ਗੱਲ ਹੈ ਜੌਲ ਸਾਹਿਬ, ਬੀਇੰਗ ਇਨ ਰੀਅਲ ਸਟੇਟ, ਫਰਸਟ ਟਾਈਮ ਹੋਮ ਬਾਇਰ ਦਾ ਇਨਸੈਂਟਿਵ ਜਦੋਂ ਸਾਰਿਆਂ ਨੇ ਲੈ ਲਿਆ, ਫਿਰ ਕੁੜੀ ਦਾ ਨਾਮ, ਹਾਂ ਕੁੜੀ ਤਾਂ 18 ਸਾਲ 19 ਸਾਲ ਹੋ ਗਏ, ਆਪਾਂ ਇਹਦਾ ਨਾਂ ਤੇ ਲੈ ਲੈਂਦੇ ਹਾਂ ਤੇ ਬਾਅਦ ਚੋਂ ਫਿਰ ਵੇਚ ਦਿੰਦੇ ਹਾਂ, ਰਾਈਟ? ਸੋ ਇਹ ਹੈ ਕਿ ਆਈ ਹੈਵ ਨੋ ਆਈਡੀਆ ਕਿ ਕੀ ਹੋ ਰਿਹਾ ਕਿ ਸਮਾਜ ਦੇ ਵਿੱਚ। ਕਈਆਂ ਤਾਂ ਇੱਦਾਂ ਦੇ ਵੀ ਮੈਂ ਕੇਸਿਸ ਦੇਖੇ ਨੇ ਕਿ ਨੋ ਦਾ ਨਾਂ ਨਹੀਂ ਪਾਉਣਾ ਟਾਈਟਲ ਦੇ ਵਿੱਚ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜੇ ਹਸਬੈਂਡ ਨਾਲ ਹੈਗਾ ਉਹਦੇ ਵਿੱਚ ਤਾਂ ਨੋ ਤਾਂ ਆਟੋਮੈਟਿਕਲੀ ਵਿੱਚ ਸ਼ਾਮਲ ਹੋ ਗਈ ਆ। ਮਤਲਬ ਅਸੀਂ ਜ਼ਿਆਦਾ ਸ਼ਾਤਰ ਤੇ ਬਣਦੇ ਇੱਥੇ ਸ਼ੈਤਾਨ ਆ। 100% ਇਹ ਬਹੁਤ ਹੋ ਰਿਹਾ ਜੀ, ਬਹੁਤ ਹੋ ਰਿਹਾ। ਇਹਦਾ ਮਤਲਬ ਇਹ ਆ ਵੀ ਅਸੀਂ ਉਹ ਦੇਸ਼ ਭਾਈ ਸਾਹਿਬ ਜੀ ਕਿਸੇ ਕਾਰਨ ਕਰਕੇ ਛੱਡਿਆ, ਉਸ ਕਾਰਨ ਤੇ ਜੇ ਕੰਮ ਨਹੀਂ ਕਰੋਗੇ, ਉਸ ਗੰਦਗੀ ਨੂੰ ਨਾਲ ਦਿਮਾਗਾਂ ਦੇ ਵਿੱਚ 2 ਟੈਚੀਆਂ ਨਾਲ ਇੰਪੋਰਟ ਕਰੋਗੇ ਤੇ ਜੀਵਨ ਉਹੀ ਰਹੇਗਾ। ਜੇ ਨਹੀਂ ਕੋਈ ਸ਼ੱਕ ਆ ਤੇ ਬਰੈਂਪਟਨ ਦੀ ਅਦਾਲਤ ਜਾ ਕੇ ਦੇਖ ਲਿਆ ਕਰੋ ਕਿ ਜੀਵਨ ਉਹ ਹੈ ਕਿ ਨਹੀਂ ਇਹੋ ਜਿਹੀਆਂ ਗੰਦਗੀਆਂ ਖਿਲਾਰਨ ਵਾਲੇ ਲੋਕਾਂ ਦਾ ਜੀ। ਉੱਥੇ ਮਰਿਆ ਸੀ ਇੱਕ ਪਿਓ BC ਦੇ ਵਿੱਚ, ਸਰੀ ਦੇ ਵਿੱਚ, ਆਪਣੀਆਂ ਕੁੜੀਆਂ ਨੂੰ 5% ਤੇ ਮੁੰਡਿਆਂ ਨੂੰ 95% ਦੀ ਬਿੱਲ ਕਰਕੇ। ਹੈ ਮਤਲਬ ਇੱਕ ਵਸੀਅਤ ਕਰ ਲਈ ਵੀ ਕੁੜੀਆਂ ਨੂੰ ਕੱਖ ਵੀ ਨਹੀਂ ਦੇਣਾ ਤੇ ਮੁੰਡਿਆਂ ਨੂੰ ਸਭ ਕੁਝ ਦੇਣਾ।
ਕੁੜੀਆਂ ਨੇ ਕਿਹਾ ਵੀ ਸਾਨੂੰ ਜ਼ਮੀਨ ਜਾਇਦਾਦ ਦੀ ਤਾਂ ਨਹੀਂ ਲਾਲਚ, ਪਰ ਅਸੀਂ ਸਿਖਾਉਣਾ ਆ ਵੀ ਕੁੜੀਆਂ ਦਾ ਹੱਕ ਬਰਾਬਰ ਹੁੰਦਾ। ਕੋਰਟ ਵਿੱਚ ਲੈ ਗਈਆਂ, ਜੱਜ ਨੇ ਉਹ ਚੁੱਕ ਕੇ ਮਾਰੀ ਵਸੀਅਤ। ਸੋ ਸਾਡੇ ਸੇ ਜਲੂਸ ਨਹੀਂ ਨਿਕਲਦੇ ਵੀ ਅਸੀਂ ਕੀ ਚੀਜ਼ ਹੈਗੇ ਆ ਅਸਲ ਦੇ ਵਿੱਚ। ਇਹਦੇ ਮਤਲਬ ਕਮਿਊਨਿਟੀ ਦਾ ਨਾਂ ਜਦੋਂ ਕੋਰਟ 'ਚ ਏਦਾਂ ਦੇ ਸਾਡੇ ਕੇਸ ਜਾਂਦੇ ਉਦੋਂ ਬਦਨਾਮ ਹੁੰਦਾ ਕਿ ਇਹਦੇ ਤੇ ਗੱਲ ਕੀਤੇ ਕਮਿਊਨਿਟੀ ਦਾ ਨਾਂ ਬਦਨਾਮ ਹੋ ਜਾਂਦਾ। ਸੋ ਇਸ ਕਰਕੇ ਆ ਵੀ ਘਰ ਦੇ ਵਿੱਚ ਔਲਾਦ ਕੋਈ ਵੀ ਜੰਮੇ ਮੁੰਡਾ ਹੋਵੇ ਜਾਂ ਕੁੜੀ, ਉਹਦੇ ਹੱਕ ਜੋ ਮਾਂ ਦੀ ਜਾਇਦਾਦ ਦੇ ਵਿੱਚ ਬਰਾਬਰ ਦੇ ਨੇ, ਇਕੁਐਲਿਟੀ ਜੀ, ਬਿਲਕੁਲ ਜੀ। ਔਰ ਦੂਸਰਾ ਜੀ, ਜ਼ਰੂਰੀ ਨਹੀਂਗਾ ਵੀ ਕੁੜੀ ਨੇ ਵਿਆਹ ਕੇ ਕਿਸੇ ਦੇ ਘਰੇ ਜਾਣਾ। ਕੁੜੀ ਵਿਆਹ ਕੇ ਆਪਣੇ ਘਰੇ ਵੀ ਕਿਸੇ ਨੂੰ ਲਿਆ ਸਕਦੀ ਕਿ ਉਹਦੇ ਪਿਓ ਤੇ ਮਾਂ ਦਾ ਘਰ ਉਹਦਾ ਆਪਣਾ ਘਰ ਹੈ, ਉਹਦਾ ਘਰ ਕਿਤੇ ਹੋਰ ਨਹੀਂਗਾ। ਇਹ ਦੇਖਣਾ ਛੱਡਣਾ ਚਾਹੀਦਾ ਵੀ ਉਹਦਾ ਘਰ ਕਿਤੇ ਹੋਰ ਹੈ। ਇਹ ਕੁੜੀ ਫੈਸਲਾ ਕਰੂ। ਹੁਣ ਦੇਖੋ, ਵਿਆਹ ਤੋਂ ਬਾਅਦ ਕੁੜੀ ਵੀ ਛੱਡ ਕੇ ਚਲੇ ਜੂ, ਚਲੋ ਇਹ ਤੇ ਅਸੀਂ ਰਿਵਾਜ ਹੀ ਬਣਾਇਆ ਹੋਇਆ ਵੀ ਕੁੜੀ ਨੂੰ ਤਾਂ ਕੱਢਣਾ ਹੀ ਹੈ। ਮੁੰਡਾ ਵੀ ਤੇ ਛੱਡ ਕੇ ਚਲੇ ਹੀ ਜਾਂਦਾ, ਉਹਦਾ ਕੋਈ ਅਫਸੋਸ ਹੁੰਦਾ? ਓ ਯੈਸ, ਬਹੁਤ ਸਾਰਾ। ਅਸੀਂ ਕੁੜੀ ਦੇ ਵਿਆਹ ਤੇ ਫਿਰ ਰੋਣ ਲੱਗ ਪੈਂਦੇ ਆ, ਮੁੰਡੇ ਦੇ ਵਿਆਹ ਤੇ ਨਹੀਂ ਰੋਂਦੇ ਆ। ਕੁੜੀ ਦੇ ਵਿਆਹ ਤੇ ਉਹ ਰੋਣ ਦਾ ਢਕੌਂਸਲਾ ਵੀ ਨਿਰਾ ਡਰਾਮਾ ਆ, ਹਨਾ। ਜਦ ਕਿ ਵੀ ਜੇ ਮੁੰਡੇ ਦੇ ਵਿਆਹ ਦੀ ਖੁਸ਼ੀ ਆ ਤੇ ਕੁੜੀ ਦੇ ਵਿਆਹ ਦੀ ਵੀ ਖੁਸ਼ੀ ਆ। ਇੱਕ ਪਾਸੇ ਤੁਸੀਂ ਮਤਲਬ ਇਹ ਰਿਵਾਜ ਬਣਾਇਆ ਵੀ ਕੁੜੀ ਨੂੰ ਘਰੋਂ ਵਿਆਹ ਕੇ ਤੋਰਨਾ, ਦੂਜੇ ਪਾਸੇ ਰੋ ਰਹੇ ਹੋ, ਫਿਰ ਰੋਕਾ ਦੇ ਰਹੇ ਹੋ ਵੀ ਜਾਨੀ ਕਿ ਚੌਲ ਸੁੱਟ ਕੇ ਤੇ ਹੁਣ ਛੱਡ ਕੇ ਸਭ ਕੁਝ ਨਿਕਲ ਜਾਵੇ, ਸੂਟ ਪਾ ਲਿਆ ਇਹਨੇ ਨਵਾਂ। ਦੈਟਸ ਨਾਟ ਫੇਅਰ। ਇਸ ਕਰਕੇ ਜੇ ਮੁੰਡਾ ਘਰ ਵਿੱਚ ਵਿਆਹ ਕੇ ਨੋ ਲਿਆ ਸਕਦਾ ਤੇ ਕੁੜੀ ਵੀ ਘਰ ਵਿੱਚ ਵਿਆਹ ਕੇ ਹਸਬੈਂਡ ਲਿਆ ਸਕਦੀ ਆ। ਵੀ ਇਹ ਸਹੁਰਿਆਂ ਦੇ ਘਰ ਜਵਾਈ ਕੁੱਤਾ ਜਿਹੜੀ ਗੱਲ ਬਣਾਈ ਸੀ ਸਿਰਫ ਤਾਂ ਕਿ ਕੁੜੀ ਨਿਕਲੀ ਰਵੇ ਘਰੋਂ ਪੱਕੇ ਤੌਰ ਤੇ। ਔਰ ਮੈਂ ਬਹੁਤ ਵਾਰ ਅਰਸ਼ ਇਹਦੇ ਵਿੱਚ ਦੇਖਦਾ ਵੀ ਕੁੜੀਆਂ ਦੇ ਦਿਮਾਗਾਂ ਦੀ ਬਣਤਰ ਵੀ ਏਦਾਂ ਬਣਾਈ ਹੋਈ ਆ ਵੀ ਭਰਾ ਖੁਸ਼ ਰਹਿਣ ਜੀ, ਚਲੋ ਉਹਨਾਂ ਨੇ ਦੱਬ ਲਿਆ, ਰੱਖ ਲਿਆ, ਸਭ ਕੁਝ ਠੀਕ ਹੈ ਜੀ। ਇਹਦੇ ਵਿੱਚ ਜਾਣੀ ਕਿ ਰੋਲ ਆ ਵੀ ਕੁੜੀਆਂ ਵੀ ਸੁਚੇਤ ਹੈ ਨਹੀਂ ਕਿ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਆ। ਕੁੜੀਆਂ ਦਾ ਕਸੂਰ ਨਹੀਂ ਵੀ ਉਹ ਸੁਚੇਤ ਨਹੀਂ, ਉਹਨਾਂ ਨੂੰ ਸੁਚੇਤ ਵਿਚਾਰੀਆਂ ਨੂੰ ਹੋਣੇ ਹੀ ਨਹੀਂ ਦਿੱਤਾ ਜਾਂਦਾ। ਇਮੋਸ਼ਨਲ ਕਰ ਕਰਕੇ ਰੱਖਿਆ ਹੀ ਏਦਾਂ ਜਾਂਦਾ, ਤੇਰਾ ਘਰ ਕਿਤੇ ਹੋਰ ਆ। ਇਹ ਸਾਰਾ ਕੁਝ ਭਰਾਵਾਂ ਦਾ ਆ। ਤੇ ਗੱਲ ਅਸੀਂ ਕੈਨੇਡਾ ਅਮਰੀਕਾ ਦੀ ਕਰਦੇ ਹਾਂ ਵੀ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ ਜੀ। ਇਸ ਚੀਜ਼ 'ਚ ਅਸੀਂ ਪਿੱਛੇ ਦੇ ਪਿੱਛੇ ਹੀ ਆ, ਅਜੇ ਵੀ ਦਕੀਆਂ ਨੂੰ ਅਸੀਂ ਘਰਾਂ ਦੇ ਵਿੱਚ ਕੁੜੀਆਂ ਨਾਲ ਬੇਇਨਸਾਫੀਆਂ ਬੰਦ ਕਰੀਏ। ਉਹਨਾਂ ਦੀ ਰਾਖੀ ਕਰਨ ਦੀ ਭਰਾਵਾਂ ਨੂੰ ਸਕੂਲਾਂ ਦੇ ਵਿੱਚ ਲੋੜ ਨਹੀਂ। ਕੁੜੀਆਂ ਇੰਨੀਆਂ ਸਮਰੱਥ ਨੇ। ਬਾਕੀ ਆ ਦੂਜੇ ਜਿਨ੍ਹਾਂ ਭਾਈਚਾਰਿਆਂ ਨੇ ਨੰਬਰ 1 ਮੁਲਕ ਬਣਾਇਆ ਸੀ, ਉਹਨਾਂ ਦੀਆਂ ਕੁੜੀਆਂ ਦੀ ਰਾਖੀ ਕੌਣ ਕਰਦਾ? ਉਹਨਾਂ ਦੇ ਭਰਾ ਕਰਦੇ ਆ। ਸਾਨੂੰ ਕੀ ਫਿਕਰ ਆ ਵੀ ਕੁੜੀਆਂ ਆਪਣੀ ਰਾਖੀ ਆਪ ਨਹੀਂ ਕਰ ਸਕਦੀਆਂ ਕੈਨੇਡਾ ਦੇਸ਼ ਵਿੱਚ, ਇੰਗਲੈਂਡ ਵਿੱਚ, ਯੂਰਪ ਵਿੱਚ, ਆਸਟ੍ਰੇਲੀਆ ਵਿੱਚ, ਅਮਰੀਕਾ ਵਿੱਚ? ਭਰਾਵਾਂ ਨੇ ਰਾਖੀ ਕਰਨੀ ਆ। ਇੰਨੀਆਂ ਸਮਰੱਥ ਉਹਨਾਂ ਨੇ ਕੁੜੀਆਂ ਬਣਾ ਦਿੱਤੀਆਂ ਕਿ ਜਾਂ ਤਾਂ ਕੋਈ ਇੱਥੇ ਦੇਖ ਕੇ ਉਹਨਾਂ ਵੱਲ ਦੇਖ ਵੀ ਸਕੇ, ਹਨਾ ਜੀ। ਬਿਲਕੁਲ ਬਿਲਕੁਲ। ਤਦ ਕਰਕੇ ਇਹ ਚੀਜ਼ਾਂ ਜਿਹੜੀਆਂ ਅਸੀਂ ਗਲਤ ਉੱਥੋਂ ਨਾਲ ਲਿਆਏ ਆ, ਸਾਨੂੰ ਵਿਚਾਰਨਾ ਚਾਹੀਦਾ। ਥੋੜੀ ਬਹੁਤੀ ਐਡਜਸਟਮੈਂਟ ਦੀ ਸਾਡੇ ਕੈਰੈਕਟਰ ਕਿਰਦਾਰਾਂ ਵਿੱਚ ਲੋੜ ਹੁੰਦੀ ਆ, ਤਦ ਹੀ ਸਾਨੂੰ ਟੈਚੀ ਚੁੱਕ ਕੇ ਤੁਰਨਾ ਪੈਂਦਾ ਇੱਕ ਧਰਤੀ ਤੋਂ ਦੂਜੀ ਵੱਲ ਨੂੰ ਜੀ। ਤੇ ਜੇ ਇਸ ਚੀਜ਼ ਨੂੰ ਅਸੀਂ ਸਮਝਣਾ ਨਹੀਂ ਤੇ ਫਿਰ ਜੀਵਨ ਉਹੀ ਰਹੂਗਾ ਜੀ। ਹੁਣ ਤੇ ਬਰੈਂਪਟਨ ਤੋਂ ਬਾਅਦ ਔਰੇਂਜਵਿਲ ਦੀ ਕੋਰਟ ਦੇ ਵਿੱਚ ਵੀ ਉਹੀ ਸੀਨ ਬਣਨ ਲੱਗ ਗਿਆ। ਜਿੱਧਰ ਜਿੱਧਰ ਆਬਾਦੀ ਜਾਂਦੀ ਆ ਉਧਰ ਉਧਰ ਵਧੀ ਜਾਂਦਾ। ਬਿਲਕੁਲ ਜੌਲ ਸਾਹਿਬ। ਜੌਲ ਸਾਹਿਬ ਲੈਂਦੇ ਆ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਜੀ ਵੀਰ ਜੀ, ਟੌਪਿਕ ਜਿਹੜਾ ਇਹ ਦੇਖੋ ਬੜੀ ਮਾੜੀ ਗੱਲ ਹੈ। ਬੱਚੇ ਜਿਹੜੇ ਅੱਜ ਮਰ ਗਏ, ਨਾਲੇ ਉਹਨਾਂ ਦੀ ਮਾਂ ਮਰ ਗਈ ਹੋ ਕੇ, ਬੱਚੇ ਦਾ ਬੱਚੀ ਨੇ, ਚਾਹੇ ਲੜਕੀ ਚਾਹੇ ਬੱਚਾ ਮੁੰਡਾ ਚਾਹੇ। ਪਰ ਇਹ ਜਿੰਨਾ ਵੀ ਇਹ ਨਾ ਜਿੰਨਾ ਵੀ ਦੁੱਖ ਆ ਇਹ ਸਾਡੀਆਂ ਬੀਬੀਆਂ ਲਈ ਪਾਇਆ ਹੋਇਆ। ਬੱਚਿਆਂ ਨੂੰ ਅਸੀਂ ਸਮਝ ਨਹੀਂ ਸਕੇ, ਜਿਵੇਂ ਵੀਰ ਜੀ ਨੇ ਗੱਲ ਦੱਸੀ ਹੈ। ਬਾਕੀ ਦੇਖੋ ਇੱਥੇ ਜਦੋਂ ਉਹ ਗਾਲ ਕੱਢੀ ਸੀ ਉਹਨੇ ਆਪਣੇ ਨੇ, ਗੁਰਦਾਸ ਮਾਨ ਨੇ, ਬੀਬੀਆਂ ਕਿੰਨੀਆਂ ਖੁਸ਼ ਹੋਈਆਂ ਸੀ। ਇਸ ਚੀਜ਼ ਤੋਂ ਪਤਾ ਲੱਗਦਾ ਵੀ ਦਿਮਾਗ ਕਿੱਥੇ ਖੜੇ ਆ। ਸੈਕਿੰਡ, ਇੱਥੇ ਬੱਚੀਆਂ ਬਹਿਆਂ ਵੀ ਜਾਂਦੀਆਂ ਨੇ, ਉਹ ਬੱਚੀ ਇੱਥੇ ਆ ਕੇ ਆਪਦੇ ਮਾਂ ਪਿਓ ਦੀ ਸੱਸ ਸਹੁਰੇ ਦੀ ਨਹੀਂ ਸੁਣਦੀ, ਇੰਡੀਆ ਵਾਲੀ ਮਾਂ ਦੀ ਗੱਲ ਸੁਣਦੀ ਆ। ਆਹ ਬਹੁਤ ਵੱਡੀ ਪ੍ਰੋਬਲਮ ਹੈ। ਇਹਨਾਂ ਨੂੰ ਚੀਜ਼ਾਂ ਨੂੰ ਸਮਝਣਾ ਚਾਹੀਦਾ। ਤੁਸੀਂ ਬਹੁਤ ਕੁਛ ਕਹਿਤਾ, ਇਹਨਾਂ ਨੂੰ ਸਮਝਣਾ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲੈਂਦੇ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ ਬਾਈ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਡੇ ਬਾਈ ਜੀ, ਕੀ ਹਾਲ ਹੋ? ਹਾਂਜੀ ਬਹੁਤ ਵਧੀਆ, ਠੀਕ ਆ ਜੀ। ਅੱਛਾ ਦੇਖੋ ਜੀ, ਗੱਲ ਚੱਲਦੀ ਆ ਕੁੜੀਆਂ ਦੇ ਹੱਕ ਦੀ, ਜ਼ਮੀਨ ਦੀ। ਖਾਸ ਕਰਕੇ ਮੈਂ ਪੰਜਾਬ ਨਾਲ ਰਿਲੇਟਡ ਗੱਲ ਕਰਨ ਲੱਗਾ। ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ ਆਪਦੇ ਮਾਂ ਪਿਓ ਦੀ ਜ਼ਮੀਨ 'ਚ ਹਿੱਸਾ ਲੈਣਾ, ਠੀਕ ਆ, ਲੈਣ ਜੀ ਆਏ ਨੂੰ, ਪਰ ਉਹ ਆਪਦੀਆਂ ਸਹੁਰੀ ਜਾ ਕੇ ਆਪਦੀਆਂ ਨਣਦਾਂ ਨੂੰ ਦਿੰਦੀਆਂ ਨੇ। ਜਿਹੜੀਆਂ ਉਹਦੀਆਂ ਨਣਦਾਂ ਨੇ ਸਹੁਰੇ ਘਰ ਉਹ ਵਿਆਹੀਆਂ ਜਾਂਦੀਆਂ, ਉਹ ਵੀ ਕਹਿੰਦੀ ਅਸੀਂ ਮਾਂ ਪਿਓ ਤੇ ਲੈਣਾ, ਫਿਰ ਉਹਨਾਂ ਨੂੰ ਵੀ ਦੇਣ ਜਾਂਦਾ। ਇਹ ਉਹਨਾਂ ਨੂੰ ਦਿੰਦੀਆਂ ਨਹੀਂ ਗੀਆਂ, ਮੰਗ ਲੀਆਂ ਨਹੀਂ, ਇਹ ਦਿੰਦੀਆਂ ਕੁਛ ਨਹੀਂ। ਇਹ ਦੂਸਰੀ ਗੱਲ, ਜਦੋਂ ਆਪਾਂ ਕਹਿੰਦੇ ਕਿਸੇ ਦੇ ਘਰੇ ਧੀ ਜੰਮਦੀ ਆ, ਉਹ ਵੀ ਕਿਸੇ ਦੀ ਬਹੂ ਹੀ ਧੀ ਜੰਮਦੀ ਆ ਨਾ, ਉਹ ਜਿਹੜੀ ਸੱਸ ਆ ਸਭ ਤੋਂ ਪਹਿਲਾਂ ਕਲੇਸ਼ ਉਹ ਪਾਉਂਦੀ ਆ।
ਜਾਂ ਉਹਦੀਆਂ ਨਣਦਾਂ ਕਲੇਸ਼ ਪਾਉਂਦੀਆਂ ਵੀ ਇਹਦਾ ਕਰਹਿਣੀ ਆ ਗਈ, ਇਹਦੀ ਕੁੜੀ ਤੋਂ ਜੰਮਤੀ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਲੇਡੀ ਦਾ ਵੈਰ ਬਣੀ ਹੋਈ ਆ। ਹਾਲਾਂਕਿ ਉਹਦਾ ਸਹੁਰਾ ਜਾਂ ਉਹਦਾ ਹਸਬੈਂਡ ਨਹੀਂ ਇੰਨਾ ਕਰਦੇ ਹੈਗੇ ਜਿੰਨਾ ਵੀ ਸੱਸ ਤੇ ਨਣਦਾਂ ਕਰਦੀਆਂ ਨੇ ਉਹਦੇ ਨਾਲ ਦੁਰਵਿਹਾਰ। ਤੇ ਪੰਜਾਬ 'ਚ ਆਪਣੇ ਚਰਖੇ ਖਾਤੇ ਦਾ ਸਿਸਟਮ ਆ ਨਾ ਜ਼ਮੀਨ ਦਾ, ਜਿਹੜਾ ਕਾਨੂੰਨ ਬਣਿਆ ਸੀ ਆਪਾਂ ਨਹੀਂ ਬਣਾਇਆ ਬਾਈ ਜੀ, ਇਹ ਗੌਰਮੈਂਟ ਦਾ ਹੀ ਆ। ਵਸੀਅਤ ਕਰਾਉਣੇ ਮੁੰਡਿਆਂ ਨੂੰ ਮਿਲਦੀ ਹੈ ਜ਼ਮੀਨ, ਕੁੜੀਆਂ ਨੂੰ ਨਹੀਂ ਮਿਲਦੀ। ਇਹ ਕਾਨੂੰਨ ਕਹਿੰਦਾ ਵਾ ਉੱਥੇ ਜੇ ਆਪਾਂ ਚਲੋ ਮੈਂ ਵਿਆਹ ਗਿਆ ਕਿਸੇ ਦੇ ਘਰੇ ਜਾਂ ਕੋਈ ਹੋਰ ਵਿਆਹ ਗਿਆ, ਉੱਥੇ ਮੈਨੂੰ 10 ਕਿੱਲੇ ਜ਼ਮੀਨ ਨੇ, ਇੱਕ ਕੁੜੀ ਇੱਕ ਮੁੰਡਾ ਵਾ, ਕੁੜੀ ਨੂੰ 5 ਕਿੱਲੇ ਆਉਣੇ ਆ, ਪਰ ਉਹਨੇ ਕਹਿੰਦਾ ਬੰਦਾ ਵੇਚਣੀ ਆ ਭਾਈ, ਅੱਜ ਹੀ ਖੜੇ ਪਏ ਵੀ ਇਹ ਉਹ ਵੇਚ ਕੇ ਕੌਣ ਕਿਨੇ ਤੂੰ ਉੱਥੇ ਉਹਦੇ ਰੌਲੇ ਦੇ ਘਰ ਸੀ ਸਾਰੇ ਇਹ। ਠੀਕ ਆ, ਕੁੜੀ ਆਪਦੇ ਘਰੇ ਚਲੇ ਗਈ, ਮੁੰਡੇ ਕੋਲ ਜ਼ਮੀਨ ਹੈਗੀ ਆ, ਉੱਥੇ ਵਰਤਦੀ ਆ ਸਾਰਾ ਕੁਛ ਆਪਦਾ ਉਹ। ਹਾਂਜੀ, ਇਹ ਕਾਨੂੰਨ ਬਣੇ ਹੋਏ ਆ ਜੀ ਪੁਰਾਣੇ ਪੁਰਾਤਨ। ਇਹ ਐਵੇਂ ਆਪਾਂ ਉੱਠ ਕੇ ਕਦੇ ਘਰ ਦੇ ਨਹੀਂ ਗੱਲਾਂ ਕੀਤੀਆਂ ਇਹ। ਗਵਰਨਮੈਂਟ ਮੰਨਦੀ ਆ ਵਸੀਅਤ ਨੂੰ ਤੁਹਾਡੇ ਇੰਡੀਆ ਦੇ ਵਿੱਚ। ਇੱਥੇ ਘਰ ਆਪਣਾ ਚਲੋ ਬਟਾਲਾ ਕਰਨਾ ਸੌਖਾ ਹੁੰਦਾ, ਪਰ ਵੇਚ ਕੇ ਉਹ ਮੁੰਡਾ ਹੋਰ ਲੈ ਜੋ ਕੁੜੀ ਆਪਦੇ ਚਲੋ ਇਹ ਗੱਲ ਡਿਫਰੈਂਟ ਆ, ਉੱਥੇ ਡਿਫਰੈਂਟ ਆ। ਉੱਥੇ ਨਾਲ ਇਹ ਚੀਜ਼ ਨਹੀਂ ਢੁਕਦੀ ਹੈਗੀ ਜਿਹੜੀ ਮੈਂ ਐਗਰੀ ਨਹੀਂ ਹੈਗਾ ਚੀਜ਼ ਦੇ ਨਾਲ। ਥੈਂਕ ਯੂ ਜੋਲ ਸਾਹਿਬ। ਥੈਂਕ ਯੂ ਸੋ ਮਚ ਜੀ ਜੋਲ ਸਾਹਿਬ। ਠੀਕ ਹੈ ਜੀ, ਕਿਸੇ ਕਾਨੂੰਨੀ ਵਿਵਸਥਾ ਨਾਲ ਅਸੀਂ ਐਗਰੀ ਨਾ ਹੋਈਏ ਇਹਦਾ ਮਤਲਬ ਇਹ ਨਹੀਂ ਵੀ ਉਹ ਵਿਵਸਥਾ ਹੈ ਨਹੀਂ ਗੀ। ਇਹ ਕਾਨੂੰਨ ਬਾਈ ਜੀ ਦਾ ਬਹੁਤ ਸਤਿਕਾਰ ਹੈ, ਪਰ ਏਦਾਂ ਜਿੱਦਾਂ ਇਹਨਾਂ ਨੇ ਕਿਹਾ ਵੀ ਉਦਾਂ ਨਹੀਂ ਹੈਗਾ। ਇਸੇ ਕਰਕੇ ਕੋਰਟਸ ਦੇ ਵਿੱਚੋਂ ਲੜਕੀਆਂ ਦੇ ਕੇਸ ਜਿੱਤ ਹੋ ਰਹੇ ਆ ਵੀ ਫੈਮਿਲੀ 'ਚ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਪ੍ਰਾਪਰਟੀ ਦੀ ਅਨਫੇਅਰ ਡਿਵੀਜ਼ਨ ਕੀਤੀ ਗਈ ਜੀ। ਚੁੱਪ ਕਰਕੇ ਚਲੋ ਕੋਈ ਤੁਰ ਪਵੇ ਛੱਡ ਜਾਵੇ ਉਹ ਗੱਲ ਵੱਖਰੀ ਆ, ਪਰ ਜੇ ਗੱਲ ਕਾਨੂੰਨ ਦੀ ਆ ਜੇ ਤੇ ਹੱਕ ਸਾਰਿਆਂ ਦਾ ਉੱਥੇ ਵੀ ਬਰਾਬਰ ਹੈ। ਔਰ ਜਿਹੜੀ ਗੱਲ ਆ ਵੀ ਕੁੜੀ ਨੇ ਨਹੀਂ ਇੱਥੇ ਵਾਲੀ ਜ਼ਮੀਨ ਲੈ ਕੇ ਉੱਥੇ ਵਾਲੀ ਜ਼ਮੀਨ ਕਿਸੇ ਨੂੰ ਦਵਾਉਣੀ, ਇਹ ਹਰ ਘਰ ਜਿਨ੍ਹਾਂ ਨੇ ਉਹ ਕੁੜੀਆਂ ਜਾਂ ਮੁੰਡੇ ਜੰਮੇ ਆ, ਪਿਓ ਤੇ ਮਾਂ ਨੇ ਫੈਸਲਾ ਕਰਨਾ ਹੈ। ਜੇ ਜਾਣੀ ਕਿ ਘਰੋਂ ਕੁੜੀ ਜਾਊਗੀ ਕਿਸੇ ਦੀ ਬਹੂ ਬਣ ਕੇ ਤੇ ਉਹਦੀ ਨਣਦ ਨੂੰ ਜ਼ਮੀਨ ਉਹਨੇ ਨਹੀਂ ਦਵਾਉਣੀ, ਉਹਦੀ ਨਣਦ ਨੇ ਆਪਣੇ ਪਿਓ ਕੋਲੋਂ ਜਾਂ ਉਹਦੇ ਪਿਓ ਨੇ ਆਪੇ ਹੀ ਉਹਨੂੰ ਦੇਣੀ ਆ ਵੀ ਇਹਦਾ ਵੀ ਓਨਾ ਹੀ ਹੱਕ ਆ ਜਿੰਨਾ ਮੇਰੇ ਮੁੰਡਿਆਂ ਦਾ ਹੱਕ ਹੈ। ਬਿਲਕੁਲ ਜੀ। ਇਹ ਡਿਸੀਜਨ ਮੇਕਿੰਗ ਪਾਵਰ ਜਿਹੜੀ ਆ ਪੇਰੈਂਟਸ ਗ੍ਰੈਂਡ ਪੇਰੈਂਟਸ ਜਿੰਨਾ ਚਿਰ ਇਹਨੂੰ ਅੰਡਰਸਟੈਂਡ ਨਹੀਂ ਕਰਦੇ, ਲੜਕੀਆਂ ਨੇ ਥੋੜ੍ਹਾ ਇਹ ਵੰਡ ਵੰਡਾਈਆਂ ਕਰਨਾ ਹੈ। ਤੁਸੀਂ ਮੈਨੂੰ ਦੱਸੋ ਵੀ ਮੁੰਡੇ ਵੰਡ ਵੰਡਾਈਆਂ ਕਰਦੇ, ਮਾਂ ਪਿਓ ਕਰਦੇ ਆ ਨਾ। ਹੁਣ 95% BC 'ਚ ਜਿਹੜਾ ਲਿਖ ਕੇ ਦੇ ਕੇ ਗਿਆ ਸੀਗਾ ਪਿਓ ਹੀ ਸੀਗਾ। ਬਿਲਕੁਲ ਜੀ। ਕਿਉਂ ਨਾ ਉਹ ਫੇਅਰ ਡਿਵੀਜ਼ਨ ਕਰ ਸਕਿਆ? ਪ੍ਰੋਬਲਮ ਕੀ ਸੀ? ਆਗਤੀ ਬਸ ਉਹ ਕੂੜ ਕਬਾੜਾ ਸੀਗਾ ਜੀ। ਬਿਲਕੁਲ ਉਹ ਕਾਨੂੰਨੀ ਵਿਵਸਥਾ ਏਦਾਂ ਨਹੀਂ ਹੈਗੀ। ਕਾਨੂੰਨੀ ਵਿਵਸਥਾ ਬਿਲਕੁਲ ਉੱਥੇ ਫੇਅਰ ਡਿਵੀਜ਼ਨ ਦੀ ਆ, ਪਰ ਅਸੀਂ ਉਹਨੂੰ ਪ੍ਰਚਾਰ ਏਦਾਂ ਰਹੇ ਹਾਂ ਵੀ ਕੁੜੀਆਂ ਨੂੰ ਲੱਗੇ ਵੀ ਸਾਡਾ ਇੱਥੇ ਕੱਖ ਨਹੀਂ। ਜੀ ਜੀ, ਕੁੜੀਆਂ ਦਾ ਬਰਾਬਰ ਹੱਕ ਹੈ ਔਰ ਇਹ ਦੇਣਾ ਅਲਾਂਭਾ ਨਹੀਂ ਹੋਣਾ ਚਾਹੀਦਾ। ਮੈਂ ਨਹੀਂ ਸਮਝਦਾ ਉਸ ਪਿਓ ਨੂੰ ਸਵਰਗ ਮਿਲਦਾ ਮੌਤ ਤੋਂ ਬਾਅਦ ਜਿਹੜਾ ਆਪਣੀ ਧੀ ਨਾਲ ਇਹ ਡਿਸਕ੍ਰਿਮੀਨੇਸ਼ਨ ਘਰ ਦੇ ਵਿੱਚ ਪ੍ਰਾਪਰਟੀ ਦੀ ਅਨਫੇਅਰ ਡਿਵੀਜ਼ਨ ਕਰਕੇ ਜਾਂਦਾ ਹੈ, ਦੁਨੀਆ ਚੋਂ ਕਿਤੇ ਵੀ ਹੋਵੇ ਭਾਵੇਂ ਜੀ। ਜਿਹੜਾ ਹੱਲ ਅਸੀਂ ਚਾਹੁੰਦੇ ਆ ਵੀ ਜ਼ਮੀਨ ਵੇਚ ਨਾ ਜਾਵੇ, ਵੀ ਜੇ 5 ਕਿੱਲੇ ਆ ਜਾਂ 10 ਕਿੱਲੇ ਆ, ਵੀ ਜਿੰਨੇ ਵੀ ਮੁੰਡੇ ਕੁੜੀਆਂ ਘਰ ਦੇ ਵਿੱਚ ਹੈਗੇ ਉਹਨਾਂ ਦੀ ਵੈਲਿਊ ਪਾ ਕੇ ਪ੍ਰੋਪਰ ਡਿਵੀਜ਼ਨ ਕੀਤੀ ਜਾ ਸਕਦੀ ਆ, ਵੀ ਹਰ ਇੱਕ ਚੀਜ਼ ਦਾ ਇੰਨਾ ਬਣਦਾ, ਉਹਦੇ ਵਿਆਹ ਵੇਲੇ ਉਹਨਾਂ ਉਹਨੂੰ ਦੇ ਕੇ ਤੋਰਿਆ ਜਾ ਸਕਦਾ, ਜਿਹਨੂੰ ਆਪਾਂ ਦਾਜ ਕਹਿੰਦੇ ਆ, ਪੇਟੀਆਂ ਚਾਦਰਾਂ ਅਹਿਸਾਨ ਕਰਦੇ ਆ ਵੀ ਦਾਜ ਮੰਗ ਲਿਆ ਜਾਂ ਦੇਤਾ। ਇਹ ਨਹੀਂ ਵੀ ਜਿਹੜੇ 2 ਕਿੱਲੇ ਉਹਦੇ ਰੱਖ ਲਏ, ਉਹ ਨਹੀਂ ਬੋਲਿਆ ਕੋਈ ਵੀ, ਦਾਜ ਦਾ ਅਹਿਸਾਨ ਤੇ ਹੋ ਗਿਆ। ਸੋ ਦਾਜ ਦੀ ਗੱਲ ਵੀ ਇਹ ਕੁੜੀ ਦਾ ਹੱਕ ਮਾਰਨ ਲਈ ਬਣਾਈ ਹੋਈ ਆ। ਅਸਲ ਦੇ ਵਿੱਚ ਅਸੀਂ ਉਹਦਾ ਹੱਕ ਦੱਬਦੇ ਆ ਤੇ ਪੇਟੀਆਂ ਅਹਿਸਾਨ ਕਰਦੇ ਆ ਜੀ, ਨਹੀਂ ਏਦਾਂ। ਸੋ ਇਸ ਕਰਕੇ ਇਹਨੂੰ ਜਿੰਨਾ ਚਿਰ ਅਸੀਂ ਅੰਡਰਸਟੈਂਡ ਨਹੀਂ ਨਾ ਬੰਦੇ ਕਰਨਾ ਚਾਹੁੰਦੇ, ਉਹਨਾਂ ਚਿਰ ਇਹ ਰਿਜ਼ੋਲਵ ਵੀ ਨਹੀਂ ਹੋਣਾ ਜੀ। ਇੱਕ ਤੇ ਕਾਨੂੰਨੀ ਵਿਵਸਥਾ ਉੱਥੇ ਏਦਾਂ ਨਹੀਂ ਗੀ ਜਿੱਦਾਂ ਅਨਫੇਅਰ ਉਹਨੂੰ ਅਸੀਂ ਪ੍ਰਚਾਰਦੇ ਆ। ਦੂਸਰਾ ਇਹ ਆ ਵੀ ਜਿੱਥੇ ਸਹੁਰਿਆਂ ਦੇ ਘਰੇ ਜਾ ਕੇ ਕੁੜੀ ਨੇ ਨਹੀਂ ਕਿਸੇ ਨੂੰ ਕੁਝ ਵੀ ਦਵਾਉਣਾ, ਉਹਦੇ ਪਿਓ ਨੇ ਆਪ ਫੈਸਲਾ ਕਰਨਾ, ਉਹਦੀ ਮਾਂ ਨੇ ਆਪ ਬੈਨੀਫੀਸ਼ੀਅਰੀ ਕੌਣ ਹੈ। ਬਿਲਕੁਲ ਜੀ, ਬਿਲਕੁਲ। ਜੇ ਮਾਂ ਪਿਓ ਦੇ ਦਿਮਾਗਾਂ ਦੇ ਵਿੱਚ ਹੀ ਅਨਫੇਅਰ ਡਿਵੀਜ਼ਨ ਆ ਵੀ ਅਸੀਂ ਮੁੰਡਿਆਂ ਲਈ ਸਭ ਕੁਝ ਰੱਖਣਾ, ਤੇ ਕੁੜੀ ਕੀ ਦਵਾ ਦੂ ਕਿਸੇ ਨੂੰ? ਉਹ ਤੇ 5-6 ਖੂਹ 'ਚ ਛਾਲਾ ਮਾਰ ਕੇ ਮਰ ਗਈਆਂ ਅੱਕ ਕੇ ਜੀ। ਸੋ ਇਸ ਕਰਕੇ ਅੰਡਰਸਟੈਂਡ ਕਰੀਏ, ਦਿਮਾਗਾਂ ਦੇ ਵਿੱਚੋਂ ਇਹ ਚੀਜ਼ਾਂ ਕੱਢੀਏ, ਜਿਹੜੀ ਚੀਜ਼ ਦੀ ਨਹੀਂ ਨੌਲੇਜ ਉਹ ਨੌਲੇਜ ਆਪਾਂ ਗ੍ਰਹਿਣ ਕਰ ਲਈਏ, ਤਾਂ ਕਿ ਅਸੀਂ ਫੇਅਰ ਚੱਲੀਏ ਘਰਾਂ ਦੇ ਵਿੱਚ ਜੀ, ਲੜਕਾ ਹੋਵੇ ਜਾਂ ਲੜਕੀ ਜੀ। ਜੌਲ ਸਾਹਿਬ ਸਾਡੇ ਨਾਲ ਸਾਰੀ ਕਾਲਾਂ ਫਲੈਸ਼ ਕਰ ਰਹੇ ਨੇ। ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਹੰਟਰ ਐਕਸਪ੍ਰੈਸ ਤੇ ਵੀਰ ਬਲਕਾਰ ਅਤੇ ਹੈਰੀ ਰਾਏ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਤੁਸੀਂ ਲੰਬੇ ਰੂਟਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਐਂਡ ਪਰਮਾਨੈਂਟ ਜੌਬ ਲੱਭਣਾ ਚਾਹੁੰਦੇ ਹੋ ਤਾਂ ਹੰਟਰ ਐਕਸਪ੍ਰੈਸ 905791309057913090 9057913090 ਨਾਲ ਦੀ ਨਾਲ ਦੁਬਈ ਆਪਟੀਕਲ ਤੁਹਾਡੇ ਸ਼ਹਿਰ ਦੇ ਵਿੱਚ ਅਸ਼ੋਕ ਜੂਲਰ ਵਾਲੇ ਪਲਾਜ਼ੇ ਦੇ ਵਿੱਚ ਦੁਬਈ ਆਪਟੀਕਲ ਬਹੁਤ ਜਲਦ ਖੁੱਲ੍ਹਣ ਜਾ ਰਿਹਾ ਜੀ। 7198 에어ਪੋਰਟ ਰੋਡ ਇਨ ਮਾਲਟਨ। ਫੋਨ ਨੰਬਰ 905671
0144290 ਅਤੇ ਸਟੀਫਨਸ ਫਰਨੀਚਰ ਦੀਆਂ ਦੋ ਸ਼ਾਨਦਾਰ ਲੋਕੇਸ਼ਨਸ 2575 ਸਟੀਲਸ ਐਵਨਿਊ ਈਸਟ 6 ਮਾਰਕੋਨੀ ਕੋਰਟ ਇਨ ਬੋਲਟਨ ਇਸ ਨੈਕਸਟ ਕਾਲ ਨੂੰ ਸਪਾਂਸਰ ਕਰ ਰਹੇ ਹਨ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੇਟਾ ਜੀ, ਸਤਿ ਸ਼੍ਰੀ ਅਕਾਲ ਅਰਸ਼ ਜੀ ਮਿਸਟਰ ਗੋਸਲ। ਅਰਸ਼ ਬੇਟਾ ਜੀ, ਸਾਰਿਆਂ ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ ਇਹ ਤਾਂ ਬੜਾ ਵੱਡਾ ਗੁੰਝਲਦਾਰ ਸਵਾਲ ਹੈਗਾ ਅੱਜ। ਕੀ ਗੱਲ, ਮੈਂ ਤਾਂ ਹੁਣ ਉੱਪਰੋਂ ਉਤਰ ਕੇ ਅਜੇ ਆਈ ਜੋਗਾ ਜਾ ਕਰਕੇ। ਅੱਛਾ, ਇਹ ਜਿਹੜਾ ਸਵਾਲ ਸਤਪਾਲ ਵੀ ਜੀ ਦੱਸ ਰਿਹਾ, ਬੜਾ ਚੰਗਾ ਦੱਸ ਰਿਹਾ, ਗੱਲ ਵੀ ਸਮਝਾ ਰਿਹਾ ਜੀ ਕਿ ਜ਼ਮੀਨ ਦਾ ਜਿਹੜਾ ਏਦਾਂ ਧੀਆਂ ਨੂੰ ਬਰਾਬਰ ਹਿੱਸਾ ਮਿਲਣਾ ਚਾਹੀਦਾ। ਜੇ ਹੁਣ ਸਪੋਜ਼ ਕਰ ਲਓ ਵੀ 3 ਧੀਆਂ ਹੈ ਤੁਹਾਡੇ, ਜਾਂ 4 ਹੋ ਜਾਂ 5, ਇੱਕ ਮੁੰਡਾ, ਇਹ ਤਾਂ ਬਹੁਤ ਕਈ ਵਾਰ ਹੁੰਦਾ ਹੈ, ਪਰ ਫਿਰ ਉਹ ਕੀ ਕਰੂੰਗੀਆਂ ਸਾਰੀਆਂ ਭੈਣਾਂ ਆ ਕੇ, ਜੇ 2-2 ਘੁਮਾ ਆਉਂਦੀ ਹੈ ਵੀ ਸਾਰੀਆਂ ਆ ਕੇ ਬਹਿਣਗੀਆਂ। ਤੇ ਇੱਕ ਹੋਰ ਚੀਜ਼ ਆ, ਜੇ ਮੁੰਡਾ ਵੀ 2 ਘੁਮਾ ਬਾਹੇਗਾ। ਇਹ ਤਾਂ ਇੰਡੀਆ ਦਾ ਤਾਂ ਬੜਾ ਮਸਲਾ। ਫਿਰ ਵੀ ਕੁੜੀਆਂ ਦਾ ਦਾਜ ਵੀ ਜਿੰਨਾ ਮਰਜ਼ੀ ਦੇ ਉਹਨਾਂ ਨੂੰ ਫਿਰ ਵੀ ਸਹੁਰੇ ਟਿਕਣ ਨਹੀਂ, ਅੱਜ ਅਜੇ ਵੀ ਅੱਗਾ ਲਾ ਦਿੰਦੇ ਆ। ਅਜੇ ਵੀ ਉਹਨਾਂ ਦੀ ਧੀਆਂ ਨਹੀਂ ਚੱਲਦੀਆਂ, ਨੂੰਹਾਂ ਹੀ ਚੱਲਦੀਆਂ। ਕਿੰਨਾ ਅਜੇ ਵੀ ਜ਼ੁਲਮ ਹੋ ਰਿਹਾ ਧੀਆਂ ਦੇ ਉੱਤੇ। ਉਹ ਵੀ ਕਿਸੇ ਦੀਆਂ ਧੀਆਂ ਹੁੰਦੀਆਂ ਜਿਹੜੀਆਂ ਨੂੰਹਾਂ ਬਣਦੀਆਂ। ਗੱਲ ਤਾਂ ਇਹ ਵਿੱਚੋਂ ਇਹ ਪਿਆਰ ਨਾਲ ਰਹਿਣਾ ਸਿਖਾਓ ਬੱਚਿਆਂ ਨੂੰ, ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ। ਤੇ ਜਾਂ ਆਪਣੀਆਂ ਮਾਵਾਂ ਜਿਹੜੀਆਂ, ਮੈਂ ਆ ਚਾਹੇ ਮੇਰੀ ਨੂੰਹ ਆਉਂਦੀ ਹੈ ਤਾਂ ਮੈਂ ਉਹਨੂੰ ਇੰਨਾ ਅੱਖਾਂ ਕੱਢ ਦੇਖਦੀ ਹਾਂ। ਕਦੇ ਆਪਣੀ ਧੀ ਨੂੰ ਵੀ ਦੇਖੀਆਂ। ਜੇ ਧੀ ਤੁਹਾਨੂੰ ਕੁਛ ਕਹਿੰਦੀ ਵੀ ਤੁਸੀਂ ਚੁੱਪ ਕਰਕੇ ਅੰਦਰ ਵੜ ਕੇ ਸੁਣ ਲੈਂਦੇ। ਜੇ ਕੋਈ ਨੂੰਹ ਮਰ ਜਾਏ ਕਹਿ ਦਿੰਦੇ, ਤੁਹਾਨੂੰ ਦੁੱਖ ਇੰਨਾ ਲੱਗਦਾ, ਹਾਏ ਇਹ ਕੀ ਕਹਿ ਗਈ, ਇਹ ਕੌਣ ਹੁੰਦੀ ਆ। ਦੇਖੋ ਸਤਪਾਲ ਜੀ, ਇਹ ਗੱਲਾਂ ਹੈ ਬਹੁਤੀਆਂ ਕਰਨ ਵਾਲੀਆਂ। ਜ਼ਮੀਨਾਂ ਤਾਂ ਇਹ ਮਗਰੋਂ ਆਉਣੀਆਂ। ਪਹਿਲਾਂ ਸਾਡੇ ਬੱਚਿਆਂ ਦੇ ਅੰਦਰ ਇਹ ਮਾਂ ਨੂੰ ਗੱਲ ਪਾਉਣੀ ਚਾਹੀਦੀ ਆ ਤੇ ਧੀਏ ਜੋ ਵੀ ਕਰਨਾ ਬੜੇ ਠੀਕ ਸੋਚ ਸੱਚ ਕੇ ਕਰੋ। ਆਪਣੇ ਘਰ ਵੀ ਜੇ ਜਾਣੀਆਂ ਤਾਂ ਵੀ ਜਿਹੜੀ ਤੁਹਾਡੇ ਘਰ ਆਉਣੀ ਹੈ, ਮੁੰਡੇ ਨੂੰ ਵੀ ਕਹੋ। ਮੁੰਡਾ ਵੀ ਠੀਕ ਆ, ਮੁੰਡਾ ਤਾਂ ਗੱਭੇ ਫਸ ਜਾਂਦਾ, ਉਹਨੂੰ ਤਾਂ ਨਾ ਮਾਂ ਦਾ ਪਤਾ ਲੱਗ। ਕਈ ਮਾਵਾਂ ਇੰਨੀਆਂ ਮੁੰਡੇ ਨੂੰ ਆਪਣੀ ਉਂਗਲੀ ਮਗਰ ਬੰਨ ਲੈਣੀ, ਮੁੰਡਾ ਲਾਈ ਲੱਗ ਬਣ ਜਾਂਦਾ। I disagree, Mrs. Gosal. ਇੱਕ ਮਿੰਟ ਦੇਖੋ ਜੀ Mrs. Gosal, I disagree with you on this. ਮੁੰਡਾ ਚਾਹੇ ਤਾਂ ਆਪਣੇ ਪੇਰੈਂਟਸ ਦੇ ਨਾਲ ਗੱਲ ਕਰ ਸਕਦਾ ਕਿ ਨਹੀਂ ਜ਼ਮੀਨ ਕਰ ਸਕਦਾ। ਮੈਂ ਤੁਹਾਨੂੰ ਗੱਲ ਦੱਸਦੀ ਹਾਂ ਵੀ ਮੁੰਡੇ ਵੀ ਕਈ ਇੰਨੇ ਕਮਜ਼ੋਰ ਹੁੰਦੇ ਆ, ਨਾ ਉਹ ਮਾਂ ਨਾਲ ਗੱਲ ਕਰਦੇ ਨਾ ਕਿਵੇਂ ਉਹ ਆਪ ਵਿੱਚ ਕਿੱਧਰ ਜਾਵਾਂ ਕੀ ਕਰਾਂ। ਜੀ Mrs. Gosal ਗੱਲ ਨਹੀਂ ਮੈਂ ਕਰਦੀ, ਇਹ ਤਾਂ ਆਮ ਲੋਕਾਂ ਦੀ ਗੱਲ ਕਰਦੇ ਆਪਾਂ। Mrs. Gosal ਸਾਰਿਆਂ ਇੱਕੋ ਜਿਹਾ ਲਾਗੂ ਨਹੀਂ ਹੁੰਦਾ ਜੀ। ਥੈਂਕ ਯੂ ਸੋ ਮਚ Mrs. Gosal। ਟਾਈਮ ਸਾਡਾ ਹੁਣ ਨਹੀਂ ਹੈ ਜੀ, ਆਪਾਂ ਹੋਰ ਕਾਲਸ ਲੈ ਲਈਏ ਜੀ। ਥੈਂਕ ਯੂ Mrs. Gosal, ਥੈਂਕ ਯੂ ਸੋ ਮਚ ਜੀ। ਨੈਕਸਟ ਕਾਲ ਆਨ ਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ 1000% ਸਹਿਮਤ ਹਾਂ ਜੀ। ਜੌਲ ਸਾਹਿਬ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਨੇ ਇਹਨਾਂ ਨੇ। ਇਹ ਜਿਹੜਾ ਕੂੜ ਕਵਾੜ ਆ ਸਾਡੇ ਦਿਮਾਗਾਂ ਦੇ ਵਿੱਚ, ਇਹਨਾਂ ਨੂੰ ਕੱਢਣਾ ਪੈਣਾ ਇਹ ਸਾਨੂੰ। ਬਾਕੀ ਜਿਹੜੀਆਂ ਅਸੀਂ ਰਸਮਾਂ ਵੀ ਕਰਦੇ ਆ ਨਾ, ਉਹਨਾਂ ਨੂੰ ਵੀ ਅਸੀਂ ਸੋਚ ਸਮਝ ਕੇ ਕਰੀਏ। ਜਿਹੜਾ ਡੋਲੀ ਤੋਰਨਾ ਘਰੋਂ ਕੁੜੀ ਦਾ, ਇਟ ਡਜ਼ ਨਾਟ ਮੇਕ ਸੈਂਸ ਐਟ ਆਲ ਟੂ ਮੀ। ਇਹ ਜਿਹੀਆਂ ਜਿਹੜੀਆਂ ਰਸਮਾਂ ਨੇ ਜਿਹੜੀਆਂ ਅਸੀਂ ਕਰਦੇ ਆ, ਉਹਨਾਂ ਨੂੰ ਅਸੀਂ ਸੋਚੀਏ ਸਮਝੀਏ ਇਹਨਾਂ ਦਾ ਸਾਡੇ ਸਮਾਜ ਦੇ ਉੱਤੇ ਕੀ ਇੰਪੈਕਟ ਹੁੰਦਾ। ਅਸੀਂ 3 ਬੇਟੀਆਂ ਦੀ ਸ਼ਾਦੀ ਕੀਤੀ, ਅਸੀਂ ਡੋਲੀ ਨਹੀਂ ਤੋਰੀ। ਓ ਵਾਓ। ਨੋ, ਅਸੀਂ ਡੋਲੀ ਦਾ ਕੰਮ ਨਹੀਂ ਕੀਤਾ, ਕਿਉਂਕਿ ਡੋਲੀ ਤੋਰਦੇ ਆ ਉਹ ਮਾਹੌਲ ਖਰਾਬ ਹੁੰਦਾ। ਉਹਦੇ ਪਿੱਛੇ ਜਿਹੜਾ ਆਈਡੀਆ ਉਹ ਗਲਤ ਆਈਡੀਆ, ਉਹਦਾ ਕੋਈ ਮਤਲਬ ਨਹੀਂ ਬਣਦਾ ਕਿ ਅਸੀਂ ਕੁੜੀ ਨੂੰ ਘਰੋਂ ਅਸੀਂ ਕਹੀਏ ਵੀ ਅਸੀਂ ਤੋਰਤਾ ਘਰੋਂ। ਇਹ ਹੋ ਹੀ ਨਹੀਂ ਸਕਦਾ। ਕੁੜੀ ਦਾ ਘਰ ਆ, ਕੁੜੀ ਆਪਦੇ ਘਰੋਂ ਕਿਵੇਂ ਚਲੀ ਜਾਊਗੀ। ਸਾਡੇ ਜਿਹੜੇ ਰਸਮ ਰਿਵਾਜ ਵੀ ਨੇ ਨਾ, ਉਹ ਵੀ ਅਸੀਂ ਇੰਨੇ ਗਲਤ ਬਣਾਏ ਹੋਏ ਨੇ। ਤੁਸੀਂ ਦੇਖੋ ਮਾਹੌਲ, ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਮੁੰਡੇ ਦੇ ਵਿਆਹ ਦੀ ਖੁਸ਼ੀ ਮਨਾਉਂਦੇ ਆ, ਕੁੜੀ ਦੀ ਕਿਉਂ ਨਹੀਂ। ਸਾਡਾ ਜਿਹੜਾ ਸਾਰਾ ਹੀ ਢਾਂਚਾ ਮਾਹੌਲ ਜਿਹੜਾ ਅਸੀਂ ਬਣਾਇਆ ਹੋਇਆ, ਇਹ ਇਸ ਤਰ੍ਹਾਂ ਆ, ਮੁੰਡਾ ਘੋੜੀ ਚੜ੍ਹ ਕੇ ਆਉਂਦਾ, ਖੁਸ਼ੀਆਂ ਮਨਾਉਂਦਾ, ਢੋਲ ਵਜਾਉਂਦਾ, ਭੰਗੜੇ ਪਾਉਂਦਾ ਕਿ ਕੁੜੀ ਨੂੰ ਲੈ ਕੇ ਜਾਣਾ। ਜਿਹੜੇ ਸਾਡੇ ਪੁਰਾਣੇ ਰਾਜੇ ਕੁੜੀਆਂ ਨੂੰ ਲੈ ਜਾਂਦੇ ਸੀ ਨਾ ਚੱਕ ਕੇ, ਉਹਨਾਂ ਦਿਨਾਂ ਤੋਂ ਇਹ ਰਿਵਾਜ ਪਹਿਲਾਂ ਚੱਕ ਕੇ ਲੈ ਜਾਂਦੇ ਸੀ। ਫਿਰ ਕਹਿੰਦੇ ਸਹਿਮਤੀ ਨਾਲ ਵੀ ਚੱਲ ਫਿਰ ਵਿਆਹ ਕਰ ਦੋ ਜੇ ਕੋਈ ਰਾਹ ਨਹੀਂ ਚੱਲਦਾ ਨਹੀਂ ਸੀ। ਇਹ ਪੁਰਾਣੇ ਟਾਈਮਾਂ ਦੀਆਂ ਗੱਲਾਂ ਨੇ। ਹੁਣ ਨਵਾਂ ਯੁੱਗ ਆ, ਅਸੀਂ ਨਵੇਂ ਯੁੱਗ ਦੇ ਹਿਸਾਬ ਨਾਲ ਜਿਹੜੇ ਵੀ ਅਸੀਂ ਰਸਮ ਰਿਵਾਜ ਕਰਦੇ ਹਾਂ, ਉਹਨਾਂ ਨੂੰ ਵੀ ਅਸੀਂ ਸੋਚ ਕੇ ਕਰੀਏ, ਕਿਉਂਕਿ ਉਹਨਾਂ ਦਾ ਇੰਪੈਕਟ ਸਾਡੇ ਸਮਾਜ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ। ਬਿਲਕੁਲ ਜੀ, ਥੈਂਕ ਯੂ ਸੋ ਮਚ। ਜਿਹੜਾ ਹੈਗਾ ਵੀ ਕਿਹਨੇ ਦੇਣਾ ਕਿਹਨੂੰ ਦੇਣਾ, ਭਾਈ ਸਾਹਿਬ ਨੇ ਆਲਰੇਡੀ ਐਕਸਪਲੇਨ ਕਰਤਾ। ਇਹਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਚੇਂਜ ਆ ਰਹੀ ਹੈ ਨਾ, ਅਸੀਂ ਉਹਨੂੰ ਅਡਾਪਟ ਕਰੀਏ। ਜਿਵੇਂ ਇੰਡੀਆ ਦੇ ਵਿੱਚ ਹੁਣ ਸ਼ਾਇਦ ਭਾਈ ਸਾਹਿਬ ਉਦੋਂ ਪਹਿਲਾਂ ਕੋਈ ਬੋਲ ਕੇ ਗਏ ਸੀ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇੰਡੀਆ ਵਿੱਚ ਵੀ ਬਰਾਬਰ ਦਾ ਬਣਿਆ ਹੋਇਆ ਹੈਗਾ ਜੀ। ਬਿਲਕੁਲ ਹੱਕ ਹੈਗਾ। ਕੁੜੀ ਮੁੰਡੇ ਦਾ ਅਸੀਂ ਫਰਕ ਕਰਨਾ ਖਤਮ ਕਰੀਏ, ਤਾਂ ਕਿ ਜਿਹੜੇ ਸਾਡੇ ਸਮਾਜ ਦੀ ਸਿਰਜਣਾ ਉਹਨੂੰ ਅਸੀਂ ਚੰਗਾ ਸਿਰਜ ਸਕੀਏ। ਥੈਂਕ ਯੂ ਸੋ ਮਚ। ਜਿੰਨਾ ਚਿਰ ਅਸੀਂ ਮੁੰਡੇ ਕੁੜੀ ਦੇ ਵਿੱਚ ਫਰਕ, ਜੀਆਂ ਦੇ ਵਿੱਚ ਫਰਕ, ਇਹ ਕਹਿ ਦਿੰਦੇ ਨਾ ਅਸੀਂ ਤਾਂ ਮੁੰਡਿਆਂ ਵਾਂਗੂ ਪਾਲਿਆ, ਅਸੀਂ ਕਹਿੰਦੇ ਤਾਂ ਆਪਦੇ ਵੱਲੋਂ ਠੀਕ ਆ,
ਪਰ ਉੱਥੇ ਹੀ ਅਸੀਂ ਫਰਕ ਪਾ ਦਿੰਦੇ ਹਾਂ। ਇਹਦਾ ਮਤਲਬ ਮੁੰਡੇ ਵੱਧ ਚੰਗੇ ਨੇ, ਕੁੜੀਆਂ ਨੂੰ ਫਿਰ ਉਹਨਾਂ ਵਾਂਗੂ ਪਾਲਿਆ। ਨੋ, ਮੁੰਡੇ ਕੁੜੀ ਦੋਨੋਂ ਇੱਕੋ ਹੀ, ਇੱਕੋ ਤਰ੍ਹਾਂ ਪਾਲਣੇ ਆ ਅਸੀਂ। ਤਾਂ ਉਹਨਾਂ ਨੂੰ ਜਿਹੜੀ ਕਦਰਾਂ ਕੀਮਤਾਂ ਅਸੀਂ ਚੰਗੀਆਂ ਦੇਣੀਆਂ ਨੇ, ਜਿਹਦੇ ਨਾਲ ਸਾਡਾ ਸਮਾਜ ਚੰਗਾ ਬਣ ਸਕੇ। ਥੈਂਕ ਯੂ ਸੋ ਮਚ ਜੀ। ਜੋਲ ਸਾਹਿਬ, ਆਈ ਥਿੰਕ ਵਾਟ ਅ ਵੰਡਰਫੁਲ ਐਗਜ਼ਾਮਪਲ। ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਜਿੰਨੇ ਵੀ ਇਸ ਵੇਲੇ ਸੁਣ ਰਹੇ ਸਾਰਿਆਂ ਦਾ, ਭੈਣ ਭਰਾਵਾਂ ਦਾ ਬਹੁਤ ਧੰਨਵਾਦ ਹੈ ਜੀ। ਬਹੁਤ ਖੂਬਸੂਰਤ ਗੱਲਾਂ ਨੇ। ਜੇ ਇਹਨਾਂ ਤੇ ਅਸੀਂ ਚੱਲੀਏ, ਅਸੀਂ ਦੇਖੋ ਦੁੱਖ ਉਦੋਂ ਜ਼ਿਆਦਾ ਆਉਂਦਾ ਵੀ ਉੱਥੇ ਤਾਂ ਅਸੀਂ ਮਜਬੂਰੀਆਂ ਦੀ ਮੁੰਗਲੀ ਕੱਚ 'ਚ ਰੱਖੀ ਹੋਈ ਆ ਨਾ। ਜੋ ਵੀ ਅਸੀਂ ਜਾਣੀ ਤਬਾਹੀ ਕਰਦੇ ਹਾਂ ਮਜਬੂਰੀ ਆ ਜੀ। ਇੱਥੇ ਆ ਕੇ LMI ਖਰੀਦਦੇ ਹਾਂ, ਮਜਬੂਰੀ ਆ ਜੀ। ਸਭ ਤਬਾਹੀਆਂ ਵਾਸਤੇ ਮਜਬੂਰੀਆਂ ਨੇ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਅਸੀਂ ਉਹ ਦਕੀਆ ਨੂਸੀ ਖਰਾਬ ਚੀਜ਼ਾਂ ਆਪਣੇ ਕਰਪਟ ਦਿਮਾਗਾਂ 'ਚ ਦੋ ਟੈਚੀਆਂ ਦੇ ਨਾਲ ਉਹ ਇੰਪੋਰਟ ਕਰ ਲੈਂਦੇ ਇਹਨਾਂ ਸਵਰਗ ਸਿਰਜਣ ਆਏ ਦੇਸ਼ਾਂ ਦੇ ਵਿੱਚ ਵੀ, ਤੇ ਜੀਵਨ ਉਹੀ ਰਹਿੰਦਾ ਸਾਡਾ ਜੀ। ਕਿਉਂਕਿ ਅਸਲ ਦੇ ਵਿੱਚ ਦੇਖੋ ਰਸਮੋ ਰਿਵਾਜ ਅਸੀਂ ਉਹ ਇੰਪੋਰਟ ਕਰੀਏ ਜਿਹੜੇ ਐਟਲੀਸਟ ਘਰਾਂ ਦੇ ਵਿੱਚ ਪਰਿਵਾਰਕ ਜੀਆਂ ਦੇ ਵਿੱਚ ਫਰਕ ਕਰਨ ਵਾਲੇ ਨਾ ਹੋਣ। ਅਸੀਂ ਦਿਮਾਗ ਤੋਂ ਕੰਮ ਤਾਂ ਲਈਏ ਜੀ। ਇਹਦੇ ਬਾਰੇ ਥੋੜਾ ਜਿਹਾ ਲੜਕੀਆਂ ਨੂੰ ਆਪਣੇ ਦਿਮਾਗਾਂ ਤੋਂ ਕੰਮ ਲੈਣਾ ਵੀ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ ਨਾ, ਔਰਤਾਂ ਨੂੰ ਖਾਸ ਤੌਰ ਤੇ। ਪਰ ਦੂਸਰੇ ਪਾਸੇ ਇਹ ਆ ਜੀ ਵੀ ਘਰ ਦੇ ਵਿੱਚ ਤਿਲ ਹੋਵੇ ਤੇ ਝਾਵੇਂ ਫੁੱਲ ਹੋਵੇ। ਜ਼ਰੂਰੀ ਨਹੀਂ ਵੀ ਕਰੋੜਾਂ ਅਰਬਾਂ ਦੀ ਜਾਇਦਾਦ ਹੋਣੀ ਚਾਹੀਦੀ ਆ, ਭਾਵੇਂ ਉਹ $100 ਹੀ ਕਿਉਂ ਨਹੀਂ। ਇਹ ਹਰ ਪੇਰੈਂਟ ਦੀ, ਮਾਂ ਦੀ, ਪਿਓ ਦੀ ਰਿਸਪੋਂਸੀਬਿਲਿਟੀ ਹੈ ਕਿ ਜੇ ਮੇਰੇ ਕੋਲ $100 ਆ, 5 ਮੇਰੇ ਬੱਚੇ ਆ, 20 ਹਰ ਇੱਕ ਦੇ ਬਣਦੇ ਆ। 20 ਹਰ ਇੱਕ ਦੇ ਬਣਦੇ ਆ, ਭਾਵੇਂ ਉਹਨੇ ਵਿਆਹ ਕੇ ਕਿਤੇ ਵੀ ਜਾਣਾ। ਇਹ ਕੰਡੀਸ਼ਨਾਂ ਸਾਨੂੰ ਚੁੱਕਣੀਆਂ ਚਾਹੀਦੀਆਂ ਕਿ ਮੈਂ ਕੁੜੀ ਨੂੰ ਪੜ੍ਹਾਤਾ, ਵਿਆਹ ਤਾਂ ਇੰਨਾ ਬਹੁਤ ਆ, ਮੁੰਡੇ ਨੂੰ ਪੜ੍ਹਾਤਾ, ਵਿਆਹ ਤਾਂ ਉਹਦਾ ਕੋਈ ਉਲਾਂਭਾ ਨਹੀਂ। ਸੋ ਇਸ ਕਰਕੇ ਇਹ ਆ ਜੀ ਵੀ ਇਹ ਗੱਲ ਤਾਂ ਸਿਰਫ ਇੰਨੀ ਆ ਵੀ ਮੁੰਡੇ ਤੇ ਕੁੜੀ ਦੀ ਘਰਾਂ ਦੇ ਵਿੱਚ ਜਿਹੜਾ ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਆ, ਉਹ ਸਾਨੂੰ ਹਟਾਉਣਾ ਚਾਹੀਦਾ। ਐਟਲੀਸਟ ਅਕਲ ਕਰਕੇ ਬ੍ਰੈਂਪਟਨ ਬੰਦ ਕਰ ਲਈਏ, ਕੈਨੇਡਾ 'ਚ ਹੀ ਬੰਦ ਕਰ ਲਈਏ, ਆਪਣੀ ਜ਼ਿੰਮੇਵਾਰੀ ਲੈ ਲਈਏ ਵੀ ਅਸੀਂ ਛੱਡਤਾ ਇਹ ਕਰਨਾ, ਹਨਾ ਜੀ। ਇਸ ਕਰਕੇ ਜੀ ਵੀ ਇਹ ਜਿੱਦਾਂ ਹੁਣ ਇਹ ਪੰਜਾਬ ਦੇ ਵਿੱਚ ਸਮਾਜ ਦਾ ਹਾਲ ਜਾ ਕੇ ਦੇਖ ਲਓ, ਮੈਨੂੰ ਉਹ ਮਾਹੌਲ ਦੇਖ ਕੇ ਇਹ ਲੱਗਦਾ ਹੁੰਦਾ ਵੀ ਜਿਹੜਾ ਅਸੀਂ ਇਹ ਗੱਲ ਬਣਾਈ ਹੋਈ ਵੀ ਕੁੜੀਆਂ ਨੂੰ ਮੁੰਡਿਆਂ ਵਾਂਗੂ ਪਾਲਿਆ, ਮੈਨੂੰ ਲੱਗਦਾ ਵੀ ਮੁੰਡਿਆਂ ਨੂੰ ਕੁੜੀਆਂ ਵਾਂਗੂ ਪਾਲਣ ਦੀ ਲੋੜ ਹੈ। ਕਦੇ ਜਾਣੀ ਕਿ ਦੇਖੋ ਕੁੜੀਆਂ ਜੇ ਆਗਿਆਕਾਰ ਰਹਿ ਸਕਦੀਆਂ, ਕੁੜੀਆਂ ਜੇ ਕ੍ਰਿਮੀਨਲ ਨਹੀਂ ਬਣ ਸਕਦੀਆਂ, ਮਤਲਬ ਕਿ ਮੁੰਡਿਆਂ ਨੂੰ ਜੇ ਰੋਕਣਾ ਤੇ ਫਿਰ ਕੁੜੀਆਂ ਵਾਂਗੂ ਪਾਲਣਾ ਪਊਗਾ। ਪੇਰੈਂਟਸ ਤੇ ਉਹੀ ਹੈ, ਉਹਨਾਂ ਹੀ ਪੇਰੈਂਟਸ ਦੀਆਂ ਕੁੜੀਆਂ ਖਰਾਬ ਨਹੀਂ ਹੋਈਆਂ, ਮੁੰਡੇ ਖਰਾਬ ਹੋ ਗਏ। ਕਿਉਂ? ਕਿਉਂਕਿ ਮੁੰਡਿਆਂ ਦੀਆਂ ਲਗਾਮਾਂ ਢਿੱਲੀਆਂ ਸੀ। ਸੋ ਕੁੜੀਆਂ ਨੂੰ ਮੁੰਡਿਆਂ ਵਾਂਗੂ ਪਾਲਣ ਦੀ ਲੋੜ ਨਹੀਂ ਭਾਈ ਸਾਹਿਬ ਜੀ, ਮੁੰਡਿਆਂ ਨੂੰ ਕੁੜੀਆਂ ਵਾਂਗੂ ਪਾਲਣ ਦੀ ਲੋੜ ਹੈ ਜੇ ਤੁਸੀਂ ਸਮਾਜ ਗਰਕਣ ਤੋਂ ਬਚਾਉਣਾ ਆਪਣਾ ਤਾਂ। ਜੀ 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 ਬਿਲਕੁਲ ਜੀ। ਜੌਲ ਸਾਹਿਬ ਤੁਸੀਂ ਬਹੁਤ ਅੱਜ ਪਾਏ ਗੱਲਾਂ ਕੀਤੀਆਂ ਜੋ ਆਈ ਥਿੰਕ ਅਮਲ ਕਰਨਾ ਚਾਹੀਦਾ, ਅਮਲ ਹੋ ਵੀ ਰਹੀਆਂ ਨੇ ਕਈ ਥਾਵਾਂ ਤੇ। ਇਜ਼ ਨਾਟ ਐਵਰੀਬਾਡੀ ਇਜ਼ ਡੂਇੰਗ ਦਿਸ, ਬਟ ਕਾਫੀ ਚੇਂਜ ਵੀ ਆ ਚੁੱਕਿਆ ਹੈ ਸੋਸਾਇਟੀ ਦੇ ਵਿੱਚ। ਪਰੰਤੂ ਪਲੀਜ਼ ਡਿਸਕ੍ਰਿਮੀਨੇਸ਼ਨ ਨੂੰ ਬੰਦ ਕੀਤਾ ਜਾਵੇ। ਲੋਹੜੀ ਅਤੇ ਡਿਸਕ੍ਰਿਮੀਨੇਸ਼ਨ ਕਿ ਮੁੰਡਿਆਂ ਦੀ ਹੀ ਲੋਹੜੀ ਮਨਾਉਣੀ, ਨੋ, ਅੱਜ ਕੱਲ੍ਹ ਇੱਥੇ ਟੋਰਾਂਟੋ ਦੇ ਵਿੱਚ, ਮਿਸਿਸਾਗਾ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਵਿੱਚ, ਵੈਂਕੂਵਰ ਦੇ ਵਿੱਚ ਕੁੜੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ। ਸੋ ਲੈਟਸ ਸਟਾਪ ਦਿਸ ਡਿਸਕ੍ਰਿਮੀਨੇਸ਼ਨ ਐਂਡ ਵਸੀਅਤ ਵਿਲ ਇਹ ਵੋ ਸਾਰੇ ਪਰਿਵਾਰ ਸਹਿਮਤੀ ਨਾਲ ਬੈਠ ਕੇ ਜੋ ਵੀ ਹੈਗਾ ਉਹ ਡਿਸਕਸ ਕੀਤਾ ਜਾਵੇ। ਕੋਈ ਵੀ ਡਿਫਰੈਂਸ਼ੀਏਟ ਨਹੀਂ ਕੀਤਾ ਜਾਣਾ ਚਾਹੀਦਾ। ਇਹੀ ਸਾਡਾ ਮੈਸੇਜ ਆ ਅੱਜ ਦਾ। ਤੁਸੀਂ ਕੋਈ ਵੀ ਗੱਲਬਾਤ ਜੌਲ ਸਾਹਿਬ ਨਾਲ ਕਰਨਾ ਚਾਹੁੰਦੇ ਹੋ ਜੀ, 4168953784 4168953784 ਇਸ ਨੰਬਰ ਨੂੰ ਤੁਸੀਂ ਸੇਵ ਕਰ ਲੈਣਾ ਜੀ। WhatsApp ਤੇ ਅਪ ਟੂ ਡੇਟ ਨਿਊਜ਼ ਤੁਹਾਨੂੰ ਤੁਹਾਡੇ ਹੈਂਡ ਹੈਲਡ ਡਿਵਾਈਸਿਸ ਤੇ ਪਹੁੰਚ ਜਾਵੇਗੀ। ਕੋਈ ਵੀ ਗੱਲਬਾਤ ਤੁਸੀਂ ਇਮੀਗ੍ਰੇਸ਼ਨ ਜਾਂ ਕੋਈ ਵੀ ਗੱਲਬਾਤ ਇੱਦਾਂ ਦੀ ਸੋਸ਼ਲ ਗੱਲ ਕਰਨਾ ਚਾਹੁੰਦੇ ਹੋ, ਤੁਹਾਡੇ ਪਾਸ ਕੋਈ ਸਟੋਰੀ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋ ਵਿਦ ਪ੍ਰੂਫ, ਤਾਂ ਜੌਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 4168953784 ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਪਰੰਤੂ ਜਾਂਦੇ ਜਾਂਦੇ ਮੈਂ ਇੱਕ ਸਵਾਲ ਹੈ ਮੇਰਾ ਜੋ ਮੈਨੂੰ ਕਾਫੀ ਆਏ ਸੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਕਿ ਜਦੋਂ ਵਾਪਸ ਇੰਡੀਆ ਤੋਂ ਲੋਕ ਆ ਰਹੇ ਨੇ, ਕੀ ਉਹਨਾਂ ਨੂੰ ਕੁਆਰੰਟੀਨ ਕਰਨਾ ਪੈ ਰਿਹਾ ਇੱਥੇ ਹੋਟਲਾਂ ਦੇ ਵਿੱਚ? ਅੱਛਾ ਜੀ, ਉਸ ਤੋਂ ਪਹਿਲਾਂ ਥੋੜਾ ਜਿਹਾ ਇਹ ਦੱਸ ਦਈਏ ਕਿ ਜਿਹੜੇ ਇਸ ਮੁਲਕ ਨੂੰ ਆਪਾਂ ਚੋਣ ਕਰਕੇ ਆਉਨੇ ਆ ਤਰੱਦਦ ਨਾਲ, ਕੋਸ਼ਿਸ਼ਾਂ ਨਾਲ, ਭਾਵੇਂ ਫਰਾਡ ਨਾਲ ਵੀਜ਼ਾ ਲੈ ਲਈਏ, ਭਾਵੇਂ ਸਿੱਧੀ ਤਰ੍ਹਾਂ ਮਿਲ ਜੇ, ਮਤਲਬ ਸਭ ਕੁਝ ਕਬੂਲ ਹੁੰਦਾ ਆਪਾਂ ਨੂੰ। ਕਿ ਕਦੀ ਇੱਥੇ ਆ ਕੇ ਦੇਖਿਆ ਵੀ ਜਿਨ੍ਹਾਂ ਸਮਾਜਾਂ 'ਚ ਇੱਥੇ ਆ ਕੇ ਆਪਾਂ ਆਉਨੇ ਆ ਉਹਨਾਂ ਦੇ ਨੰਬਰ ਬਣਾਏ ਵਨ ਦੇਸ਼ ਕਰਕੇ, ਵੀ ਉਹਨਾਂ ਦੇ ਵਿੱਚ ਕਦੀ ਘਰਾਂ ਦੇ ਵਿੱਚ ਭੈਣ ਭਰਾਵਾਂ ਦਾ ਰੌਲਾ ਪਿਆ ਪ੍ਰਾਪਰਟੀ ਡਿਵੀਜ਼ਨ ਦਾ? ਪੇਰੈਂਟਸ ਨੇ ਕਦੀ ਬੇਇਨਸਾਫੀਆਂ ਕੀਤੀਆਂ? ਕਦੀ ਸੁਣਿਆ? ਕਦੀ ਸੁਣਿਆ?
ਤੇ ਅਸੀਂ ਫਿਰ ਮਤਲਬ ਇਹ ਚੀਜ਼ਾਂ ਉੱਥੋਂ ਇੰਪੋਰਟ ਗੰਦਗੀਆਂ ਕੀਤੀਆਂ ਤੇ ਤਾਂ ਹੀ ਇਦਾਂ ਹੋ ਰਿਹਾ ਨਾ। ਅਸੀਂ ਕਹਿੰਦੇ ਤੇ ਉਹਨਾਂ ਨੂੰ ਮਾੜਾ ਹੈਗੇ ਆ ਵੀ ਉਹਨਾਂ ਤੇ ਤਾਂ ਜੀ ਤਲਾਕ ਬਹੁਤ ਆ ਜੀ, ਉਹਨਾਂ ਨੂੰ ਤਾਂ ਅਕਲ ਨਹੀਂ ਜੀ, ਸ਼ਰਾਬ ਬਹੁਤ ਪੀਂਦੇ ਆ ਜੀ। ਉਹ ਜੇ ਉਹਨਾਂ ਵਿਗੜੇ ਲੋਕਾਂ ਨੇ ਨੰਬਰ 1 ਦੇਸ਼ ਬਣਾਉਣਾ ਸੀ ਤੇ ਚੰਗਿਆਂ ਦੀ ਲੋੜ ਕੀ ਆ ਫਿਰ? ਜੀ 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 ਚੰਗੇ ਲੋਕ ਜ਼ਿਆਦਾ ਆ ਤਾਂ ਦੇਸ਼ ਨੰਬਰ 1 ਹੈ। ਤੇ ਉਹਨਾਂ ਚੰਗਿਆਂ 'ਚ ਜਾ ਕੇ ਦੇਖੋ ਵੀ ਉਹ ਭੈਣ ਭਰਾਵਾਂ ਤੇ ਪੇਰੈਂਟਸ ਦਾ ਕਿੰਨਾ ਕਰੋੜਾ ਹੁੰਦਾ ਪ੍ਰਾਪਰਟੀ ਦੀ ਅਨਫੇਅਰ ਡਿਵੀਜ਼ਨ ਦਾ। ਉਹ ਕੇਅਰ ਹੀ ਨਹੀਂ ਕਰਦੇ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ। ਅਸੀਂ ਇਹ ਕੀੜੇ ਇੱਥੇ ਲੈ ਕੇ ਆਏ ਆ, ਫੈਲਾ ਰਹੇ ਆ ਸਮਾਜ ਦੇ ਵਿੱਚ ਜੀ। ਸੋ ਇਸ ਕਰਕੇ ਅਸੀਂ ਇਹ ਫੇਅਰ ਡਿਵੀਜ਼ਨ ਕਰਨੀ ਸਿੱਖ ਲਈਏ, ਘਰਾਂ ਦੇ ਵਿੱਚ ਟੈਂਸ ਮਾਹੌਲ ਕੁੜੀਆਂ ਕਰਕੇ ਮੁੰਡਿਆਂ ਕਰਕੇ ਨਾ ਰੱਖੀਏ, ਫੇਅਰ ਡਿਵੀਜ਼ਨ ਦੀ ਅਕਲ ਦਈਏ। ਇਹਦੇ ਨਾਲ ਹੀ ਦੱਸ ਦਈਏ ਵੀ ਜੇ ਸਸਕਾਚਵਾਨ ਤੋਂ ਰਿਕਾਰਡਿੰਗ ਭੈਣ ਭਰਾਵਾਂ ਨੇ ਸੁਣ ਲਈ, ਅੱਛਾ, ਬੇਈਮਾਨ ਪੇਰੈਂਟਸ ਜਿਹੜੇ ਬੇਈਮਾਨ ਪੇਰੈਂਟਸ ਜਾਂ LMI ਵੇਚਣ ਵਾਲੇ ਤੇ ਵਾਲੀਆਂ ਆਪਣੀ ਅਗਲੀ ਨਸਲ ਪੰਜਾਬੀ ਵੀ ਇੱਥੇ ਖਰਾਬ ਕਰ ਰਹੇ ਨੇ। ਮੇਰੇ ਕੋਲ ਰਿਕਾਰਡਿੰਗ ਆਪਾਂ ਸੁਣਾਈ ਸੀ ਸਰੋਤਿਆਂ, ਹਾਂਜੀ ਸੁਣਿਆ ਸੀ ਜੀ। ਅਗਲੀ ਕੈਨੇਡੀਅਨ ਬੋਰਨ ਨਸਲ ਖਰਾਬ ਕਰ ਲਈ, ਆਪਣੀ ਅਕਲ ਕਰੀਏ। ਅਗਲੀ ਕੈਨੇਡੀਅਨ ਬੋਰਨ ਨਸਲ ਸਾਡੀ ਇਹ ਹੋਊਗੀ ਵੀ ਉਹਦੇ ਪੇਰੈਂਟਸ LMI ਵੇਚਦੇ ਸੀ ਤੇ ਉਹਨਾਂ ਦੇ ਬੱਚੇ ਵੀ ਉਹੀ ਬਿਜ਼ਨਸ ਜਿਸ ਵੇਲੇ ਟੇਕ ਓਵਰ ਕਰਨਗੇ ਤੇ ਉਹ ਵੇਚ ਰਹੇ ਆ, ਵੇਚ ਰਹੇ ਆ। ਔਰ ਉਹ ਕਹਿ ਰਿਹਾ ਸੀ ਸਾਰੇ ਵੇਚ ਰਹੇ। ਉਹਨੂੰ ਸਵਾਲ ਕੀਤਾ ਵੀ ਗੋਰੇ ਵੀ ਵੇਚਦੇ, ਕਹਿੰਦਾ ਗੋਰੇ ਨਹੀਂ ਵੇਚਦੇ। ਕਹਿੰਦੇ ਅਸੀਂ ਇਹਨਾਂ ਨੂੰ ਮਾੜਾ ਆ। ਸੋ ਇਸ ਕਰਕੇ ਥੋੜਾ ਜਿਹਾ ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਕਿਹੜੇ ਕੰਮ ਅਸੀਂ ਘਰੋਂ ਤੁਰੇ ਆ ਤੇ ਕਿਹੜਾ ਕੰਮ ਅਸੀਂ ਕਰ ਰਹੇ ਆ ਜੀ। ਸੋ ਇੰਡੀਆ ਤੋਂ ਜਿਹੜੇ ਆ ਰਹੇ ਆ ਜੀ, ਭਾਵੇਂ ਇੰਡੀਆ ਤੋਂ ਨਹੀਂ ਸਪੈਸ਼ਲੀ ਕੋਈ ਉਹਨਾਂ ਨੇ ਰਿਸਟ੍ਰਿਕਸ਼ਨ ਲਾਈ, ਰਿਸਟ੍ਰਿਕਸ਼ਨ ਸਾਰਿਆਂ ਵਾਸਤੇ ਬਰਾਬਰ ਨੇ। ਡਜ਼ ਨਾਟ ਮੈਟਰ ਕਿ ਜਿਹੜਾ ਫੋਰਨ ਟਰੈਵਲਰ ਆ ਉਹ ਕਿੱਥੋਂ ਆ ਰਹੇ ਨੇ, ਜੀ ਇੱਕੋ ਜਿਹੀਆਂ ਰਿਸਟ੍ਰਿਕਸ਼ਨਸ ਨੇ ਵੀ ਉਹਨਾਂ ਵਾਸਤੇ ਕੋਵਿਡ ਟੈਸਟ ਆ ਜਿਹੜਾ ਜੀ ਵੀ ਔਨ ਅਰਾਈਵਲ ਹੋਏਗਾ ਜੀ। ਔਨ ਅਰਾਈਵਲ ਉਹ ਜਾਣੀ ਕਿ ਟੈਸਟ ਉੱਥੇ ਸੈਂਪਲਿੰਗ ਲਈ ਵੀ ਜਾ ਸਕਦੀ ਹੈ ਤੇ ਜਾਂ ਫਿਰ ਕਿੱਟ ਦਿੱਤੀ ਜਾ ਸਕਦੀ ਹੈ ਜਿਹੜੀ ਕਿ ਵੀਡੀਓ ਕਾਲ ਤੇ ਘਰੋਂ ਜਾ ਕੇ ਕੀਤੀ ਜਾ ਸਕਦੀ ਹੈ ਜੀ। ਤੇ ਜਿਸ ਵੇਲੇ ਲੇਕਿਨ ਕਿ ਉਹ ਜਿੰਨਾ ਚਿਰ ਰਿਜ਼ਲਟ ਨਹੀਂ ਆ ਜਾਂਦਾ, ਭਾਵੇਂ ਘਰ ਜਾ ਕੇ ਟੈਸਟ ਕੀਤਾ ਕਿੱਟ ਨਾਲ ਜਾਂ ਏਅਰਪੋਰਟ ਤੇ ਕੀਤਾ, ਉਹਨਾਂ ਚਿਰ ਕੁਆਰੰਟੀਨ ਕਰਨਾ ਪੈਣਾ ਆਪਣੇ ਘਰੇ ਜਾ ਕੇ। ਠੀਕ ਹੈ ਠੀਕ ਹੈ ਠੀਕ ਹੈ, ਦੈਟਸ ਦ ਟਵਿਸਟ। ਠੀਕ ਹੈ, ਹੋਟਲ ਵਿੱਚ ਕੁਆਰੰਟੀਨ ਉਹਨਾਂ ਨੂੰ ਕਰਨ ਦੀ ਲੋੜ ਪੈਣੀ ਹੈ ਜਿਹੜੇ ਕਿ ਅਨਵੈਕਸੀਨੇਟਡ ਕੈਨੇਡੀਅਨ ਸਿਟੀਜ਼ਨ ਕੈਨੇਡਾ ਵਿੱਚ ਸਹੀ ਹੋਣਗੇ, ਉਹ ਬੜੇ ਕੁਝ ਚੋਣਵੇਂ ਹੋਣਗੇ। ਠੀਕ ਹੈ ਜੀ, ਠੀਕ ਹੈ। ਪਰ ਇਨ ਜਨਰਲ ਜਾਣੀ ਕਿ ਕੁਆਰੰਟੀਨ ਕਿਤੇ ਕਰਨ ਦੀ ਲੋੜ ਨਹੀਂ, ਘਰ ਰਹਿਣਾ ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦਾ। ਜੀ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਸਾਰੀਆਂ ਕਸਮ ਦੇ ਨਾਲ ਸਾਰੀਆਂ ਕਾਲਾਂ ਫਲੈਸ਼ ਕਰਦੇ ਨੇ, ਪਰ ਸਾਡਾ ਸਮਾਂ ਸਾਨੂੰ ਆਗਿਆ ਨਹੀਂ ਦੇ ਰਿਹਾ, ਪਰੰਤੂ ਇਸ ਨੂੰ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਕੰਟੀਨਿਊ ਕਰ ਸਕਦੇ ਹਾਂ ਜੇ ਤੁਸੀਂ ਚਾਹੋ ਤਾਂ। ਨੋ ਪ੍ਰੋਬਲਮ, ਸਾਡੇ ਦਰਸ਼ਕ ਸਾਡੇ ਸਰੋਤੇ ਐਨੀ ਟਾਈਮ ਕਾਲ ਕਰ ਸਕਦੇ ਨੇ, ਪਰੰਤੂ ਜੌਲ ਸਾਹਿਬ ਦੇ ਨਾਲ ਐਨੀ ਟਾਈਮ ਤੁਸੀਂ ਸਾਡੇ ਤੋਂ ਨੰਬਰ ਲੈ ਸਕਦੇ ਹੋ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਅਰਸ਼ੀ ਜੋ ਨਾਲੋਂ ਨਾਲ ਚੱਲਦੇ ਹੁੰਦੇ ਪ੍ਰੋਗਰਾਮ ਨਾਲ ਜੀ, ਉਹਨਾਂ ਦੇ ਵਿੱਚ ਲਫ਼ਜ਼ ਕਦੀ ਇੱਧਰ ਉੱਧਰ ਹੋ ਸਕਦਾ ਜੀ, ਬਿਲਕੁਲ। ਸਾਡੀ ਜਿਹੜੀ ਮਨਸ਼ਾ ਆ ਆਪਣੀ ਕਮਿਊਨਿਟੀ ਦੀ, ਆਪਣੇ ਭੈਣ ਭਰਾਵਾਂ ਦੀ ਸਤਿਕਾਰ ਕਰਨ ਦੀ ਆ, ਉਹਨਾਂ ਦੇ ਵੱਡਿਆਂ ਦੇ ਚਰਨਾਂ ਦੀ ਧੂੜ ਲੈਣ ਦੀ ਹੈ ਜੀ। ਕੋਈ ਲਫ਼ਜ਼ ਇੱਧਰ ਉੱਧਰ ਹੋ ਗਿਆ ਹੋਵੇ ਤੇ ਗੁਸਤਾਖੀ ਮਾਫ, ਪਰ ਇਹ ਇਸ਼ੂਜ਼ ਨੇ ਜਿਹੜੇ ਜੀ ਵੀ ਇਹਨਾਂ ਤੇ ਗੱਲ ਕਰਨਾ, ਇਹਨਾਂ ਦੀਆਂ ਪਰਤਾਂ ਫਰੋਲਣਾ ਸਾਡੀ ਜ਼ਿੰਮੇਵਾਰੀ ਆ ਜੀ। ਨਹੀਂ ਤੇ ਅੱਖਾਂ ਦੇ ਸਾਹਮਣੇ ਹੁੰਦੀਆਂ ਬੇਇਨਸਾਫੀਆਂ ਇੱਕ ਦਿਨ ਤੇ ਚਲੇ ਹੀ ਜਾਣਾ ਇਸ ਜਹਾਨ ਦੇ ਵਿੱਚੋਂ, ਲੇਕਿਨ ਸ਼ਾਇਦ ਅਗਲੀਆਂ ਨਸਲਾਂ ਜੀ ਸਾਹਮਣੇ ਜੋ ਕੁਝ ਹੋ ਰਿਹਾ ਸੀ ਉਸ ਨੂੰ ਅਸੀਂ ਅੱਖਾਂ ਬੰਦ ਕਰਕੇ ਦੇਖਦੇ ਬਰਦਾਸ਼ਤ ਕਰਦੇ ਨਹੀਂ ਰਹਿ ਗਏ, ਕੁਝ ਬੋਲੇ ਸੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੌਲ ਸਾਹਿਬ। ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।